ਜਿਸ ਦੀ ਧੀ ਸੁਖੀ ਉਹਦੇ ਕੁਲ ਸੁਖੀ, ਤੇ ਜਿਸ ਦੀ ਧੀ ਦੁਖੀ ਉਸਦੇ ਕੁਲ ਦੁਖੀ। ਬਰਖਾ ਦੀ ਹਰ ਬੀਤੀ ਸੁਣ ਕੇ ਵਿਕਾਸ ਦੁਖੀ ਹੋ ਗਿਆ ਸੀ। ਉਸਨੇ ਤਾਂ ਸੋਚਿਆ ਸੀ ਕਿ ਨਾਲੇ ਸਿਰ ਤੋਂ ਪਾਰ ਹੌਲਾ ਹੋ ਜਾਵੇਗਾ, ਨਾਲੇ ਭੈਣ ਸੁਖੀ ਵਸੇਗੀ। ਪਰ ਇੱਥੇ ਤਾਂ ਸਭ ਕੁਝ ਉਲਟਾ ਹੀ ਹੋ ਗਿਆ ਸੀ। ਬਰਖਾ ਦੀ ਚਿੰਤਾ ਉਸਨੂੰ ਤੋੜ ਤੋੜ ਕੇ ਖਾ ਰਹੀ ਸੀ। ਉਸਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਪਰ ਹੁਣ ਤਾਂ ਇਹ ਗੱਲ ਸੀ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗੀ ਖੇਤ। ਆਪਣੀ ਇੱਜ਼ਤ ਦੀ ਖਾਤਰ ਭੈਣ ਖੂਹ ਵਿੱਚ ਸੁੱਟ ਦਿੱਤੀ ਸੀ, ਪਰ ਹੁਣ ਪਛਤਾਉਣ ਤੋਂ ਇਲਾਵਾ ਹੋਰ ਕੁਝ ਵੀ ਪੱਲੇ ਨਹੀਂ ਰਿਹਾ ਸੀ। ਵਿਕਾਸ ਨੇ ਸਤੀਸ਼ ਨਾਲ ਫੋਨ ਤੇ ਬਰਖਾ ਦੀ ਪਰੇਸ਼ਾਨੀ ਬਾਰੇ ਗੱਲ ਕੀਤੀ। ਸਤੀਸ਼ ਨੇ ਕਿਹਾ ਕਿ ਉਹ ਫਿਕਰ ਨਾ ਕਰੇ, ਬਹੁਤ ਜਲਦੀ ਸਭ ਕੁਝ ਠੀਕ ਹੋ ਜਾਵੇਗਾ। ਉਸਨੇ ਇੱਕ ਸ਼ੋਰੂਮ ਵੇਖਿਆ ਹੈ, ਜਲਦੀ ਹੀ ਉੱਥੇ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਵਿਕਾਸ ਨੂੰ ਉਹਦੀਆਂ ਗੱਲਾਂ ਸੁਣ ਕੇ ਕੁਝ ਤਸੱਲੀ ਜੀ ਹੋ ਗਈ ਸੀ। ਬਰਖਾ ਆਪਣੇ ਕਰਮਾਂ ਨੂੰ ਕੋਸ ਰਹੀ ਸੀ। ਸਿਆਣਾ ਦਾ ਕਹਾਣੇ, ਵਾਹ ਕਿਸਮਤ ਦੇ ਵਲੀਏ ਰਿੱਧੀ ਖੀਰ ਤੇ ਹੋ ਗਿਆ ਦਲੀਆ। ਉਸ ਨਾਲ ਵੀ ਤਾਂ ਇਹੀ ਹੋਇਆ ਸੀ। ਉਸਨੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਜੋ ਵੀ ਸੁਪਨੇ ਵੇਖੇ ਸਨ, ਉਹ ਸਭ ਮਿੱਟੀ ਵਿੱਚ ਮਿਲਦੇ ਨਜ਼ਰ ਆ ਰਹੇ ਸਨ। ਸੱਸ ਨਨਾਣਾ ਉਸਨੂੰ ਮੂੰਹ ਲਗਾ ਕੇ ਰਾਜੀ ਨਹੀਂ ਸਨ। ਸਹੁਰਾ ਅਤੇ ਦਿਓਰ ਉਸਦੇ ਪਤੀ ਦੇ ਕੰਨਾਂ ਵਿੱਚ ਕੂਕਾਂ ਮਾਰਦੇ ਰਹਿੰਦੇ ਸਨ ਕਿ ਬਰਖਾ ਘਰ ਲਈ ਸਹੀ ਨਹੀਂ। ਜਿਸ ਦਿਨ ਦੀ ਉਹ ਆਈ ਹੈ, ਸਭ ਕੰਮ ਠੱਪ ਹੋ ਗਿਆ। ਸੱਸ ਨੇ ਤਾਂ ਉਹਦਾ ਨਾਮ ਹੀ ਨੈਸ਼ੋ ਰੱਖ ਦਿੱਤਾ ਸੀ। ਸਤੀਸ਼ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਲਟਾ ਉਸਨੂੰ ਵੀ ਤੱਤੀਆਂ ਤੱਤੀਆਂ ਸੁਣਨੀਆਂ ਪੈਂਦੀਆਂ, ਜਿਨ੍ਹਾਂ ਨੂੰ ਸੁਣ ਉਹ ਰੋਣ ਹਾਕਾ ਹੋ ਜਾਂਦਾ। ਇੱਕ ਦਿਨ ਵਰਖਾ ਨੂੰ ਸਵੇਰੇ ਸਵੇਰੇ ਹੀ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਤੀਸ਼ ਉਸਨੂੰ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ ਕਿ ਉਹ ਵਰਖਾ ਮਾਂ ਬਣਨ ਵਾਲੀ ਹੈ। ਸਤੀਸ਼ ਇਹ ਸੁਣ ਕੇ ਬਹੁਤ ਖੁਸ਼ ਹੋਇਆ। ਬਰਖਾ ਦੇ ਚਿਹਰੇ ਤੇ ਇੱਕ ਪਲ ਲਈ ਖੁਸ਼ੀ ਆ ਕੇ ਜਿਵੇਂ ਉੱਡਣ ਸ਼ੁਰੂ ਹੋ ਗਈ। ਬਰਖਾ, ਕੀ ਗੱਲ ਤੈਨੂੰ ਖੁਸ਼ੀ ਨਹੀਂ ਹੋਈ? ਬਰਖਾ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਗੁਆਚੀ ਹੋਈ ਸੀ। ਉਸਨੂੰ ਕੁਝ ਵੀ ਪਤਾ ਨਾ ਚੱਲਿਆ ਕਿ ਸਤੀਸ਼ ਉਸਨੂੰ ਕੁਝ ਪੁੱਛ ਰਿਹਾ ਸੀ। ਬਰਖਾ, ਸਤੀਸ਼ ਨੇ ਉਸਨੂੰ ਹਲੂਣਾ ਦੇ ਕੇ ਬੁਲਾਇਆ। ਹੂੰ, ਉਹ ਇੰਜ ਬੋਲੀ ਜਿਵੇਂ ਉਹ ਸੁੱਤੀ ਹੋਈ ਜਾਗੀ ਹੋਵੇ। ਮੈਂ ਪੁੱਛਿਆ ਕਿ ਤੂੰ ਖੁਸ਼ ਨਹੀਂ? ਖੁਸ਼ੀ ਨਾਲੋਂ ਚਿੰਤਾ ਜ਼ਿਆਦਾ ਲੱਗ ਗਈ ਮੈਨੂੰ, ਉਸਨੇ ਠੰਡਾ ਜਿਹਾ ਸਾਹ ਭਰ ਕੇ ਕਿਹਾ। ਕਿਉਂ ਚੱਲੀਏ, ਚਿੰਤਾ ਕਿਹੜੀ ਗੱਲ ਦੀ ਲੱਗ ਗਈ ਤੈਨੂੰ? ਇਹੀ ਕਿ ਪਹਿਲਾਂ ਦੋ ਸੀ, ਹੁਣ ਤਿੰਨ ਹੋ ਜਾਵਾਂਗੇ। ਖਰਚੇ ਵੀ ਵਧਣਗੇ ਤੇ ਆਮਦਨ ਕੋਈ ਹੈ ਨਹੀਂ, ਕੀ ਕਰਾਂਗੇ? ਹੈ, ਕਮਲੀ ਨਾ ਹੋਵੇ ਤਾਂ ਤੂੰ ਮੈਨੂੰ ਨਿਖੱਟੂ ਸਮਝਦੀ ਏ? ਬਰਖਾ, ਤੈਨੂੰ ਪਤਾ ਹੈ ਕਿ ਆਪਾਂ ਸ਼ੋਰੂਮ ਵੇਖ ਲਿਆ ਏ, ਬਸ ਕੁਝ ਕੁ ਦਿਨਾਂ ਵਿੱਚ ਕੰਮ ਖੋਲ ਲੈਣਾ ਏ। ਅਸੀਂ ਸ਼ਬਦ ਸੁਣ ਕੇ ਬਰਖਾ ਇੱਕਦਮ ਚੌਂਕ ਕੇ ਬੋਲੀ। ਅਸੀਂ ਮਤਲਬ ਮੈਂ ਅਤੇ ਵਿਨੋਦ ਦੋਵਾਂ ਭਰਾਵਾਂ ਨੇ। ਇਹ ਗੱਲ ਸੁਣ ਕੇ ਬਰਖਾ ਦੇ ਸੱਤੀ ਕੱਪੜੀ ਅੱਗ ਲੱਗ ਗਈ। ਕਿਉਂ? ਵਿਨੋਦ ਪਹਿਲਾਂ ਆਪਣੇ ਜੋ ਕੰਮ ਕਰਦਾ ਉਹ ਨਹੀਂ ਕਰੇਗਾ? ਕਰੇਗਾ, ਪਰ ਸ਼ੋਰੂਮ ਵਿੱਚ ਉਸਦਾ ਵੀ ਹਿੱਸਾ ਹੋਵੇਗਾ। ਮੈਂ ਇਕੱਲਾ ਨਹੀਂ ਖਰੀਦ ਸਕਦਾ ਸੀ। ਬਰਖਾ ਬੋਲੀ ਤਾਂ ਕੁਝ ਨਾ ਬਸ ਮਨ ਵਿੱਚ ਮਹਿਸੂਸ ਕੇ ਰਹਿ ਗਈ। ਬਰਖਾ ਹੁਣ ਗਰਭਵਤੀ ਸੀ। ਪਹਿਲਾਂ ਨਾਲੋਂ ਉਸਨੂੰ ਹੁਣ ਜ਼ਿਆਦਾ ਅਤੇ ਸੰਤੁਲਿਤ ਆਹਾਰ ਦੀ ਜ਼ਰੂਰਤ ਸੀ, ਪਰ ਘਰ ਵਿੱਚ ਕਿਸੇ ਨੂੰ ਉਹਦੀ ਰੱਤੀ ਭਰ ਜਿੰਨੀ ਵੀ ਪਰਵਾਹ ਨਹੀਂ ਸੀ। ਉਹ ਸਾਰਾ ਦਿਨ ਕੰਮ ਕਰਦੀ ਅਤੇ ਸਭ ਦੀਆਂ ਗੱਲਾਂ ਸੁਣਦੀ ਰਹਿੰਦੀ। ਜੇਕਰ ਉਸ ਤੋਂ ਕੰਮ ਕਰਦੇ ਹੋਏ ਕੋਈ ਊਚ ਨੀਚ ਹੋ ਜਾਂਦੀ ਤਾਂ ਉਹਦੇ ਅਗਲਿਆਂ ਪਿਛਲਿਆਂ ਦੀ ਖੈਰ ਬਸ ਰੱਬ ਦੇ ਹੱਥ ਹੀ ਹੁੰਦੀ ਸੀ। ਸਤੀਸ਼ ਕੋਲ ਜੋ ਵੀ ਪੈਸੇ ਸਨ, ਉਸਨੇ ਸ਼ੋਰੂਮ ਲੈਣ ਲਈ ਖਰਚ ਕਰ ਦਿੱਤੇ ਸਨ। ਕੁਝ ਪੈਸੇ ਭਰਾ ਤੋਂ ਵੀ ਲਏ ਸਨ। ਇੱਕ ਦਿਨ ਵਰਖਾ ਬਾਥਰੂਮ ਧੋ ਰਹੀ ਸੀ। ਪਤਾ ਨਹੀਂ ਕਿਵੇਂ ਪੈਰ ਤਿਲਕ ਗਿਆ ਅਤੇ ਉਹ ਡਿੱਗ ਪਈ। ਉਸਨੇ ਬਾਥਰੂਮ ਵਿੱਚੋਂ ਕਈ ਆਵਾਜ਼ਾਂ ਮਾਰੀਆਂ, ਪਰ ਕੋਈ ਉਸਨੂੰ ਵੇਖਣ ਨਾ ਆਇਆ। ਰੋਂਦੀ ਕਲਾਂਦੀ, ਲੰਗਾ ਲੋਹੀਆ ਕਰਦੀ, ਆਪ ਹੀ ਹੌਲੀ ਹੌਲੀ ਬਾਹਰ ਨਿਕਲ ਕੇ ਆਪਣੇ ਕਮਰੇ ਤੱਕ ਪੁੱਜੀ। ਉਸਨੂੰ ਬਹੁਤ ਤਕਲੀਫ ਹੋ ਰਹੀ ਸੀ ਤਾਂ ਉਸਨੇ ਸਤੀਸ਼ ਨੂੰ ਫੋਨ ਕੀਤਾ, ਆਪਣੇ ਡਿੱਗਣ ਬਾਰੇ ਉਸਨੂੰ ਦੱਸਿਆ। ਸਤੀਸ਼ ਫੋਨ ਸੁਣਦੇ ਸਾਰ ਘਰ ਪਹੁੰਚ ਗਿਆ। ਬਰਖਾ ਦਰਦ ਨਾਲ ਬਿਨ ਪਾਣੀ ਮਛਲੀ ਦੀ ਤਰ੍ਹਾਂ ਤੜਫ ਰਹੀ ਸੀ। ਉਹਦੇ ਪੈਰ ਤੇ ਕਾਫੀ ਸੋਜਸ਼ ਆ ਚੁੱਕੀ ਸੀ। ਉਸਨੇ ਬਰਖਾ ਨੂੰ ਜਲਦੀ ਜਲਦੀ ਗੱਡੀ ਵਿੱਚ ਪਾਇਆ ਅਤੇ ਹਸਪਤਾਲ ਨੂੰ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਾ ਕਿ ਪੈਰ ਤੇ ਫ੍ਰੈਕਚਰ ਹੋ ਗਿਆ ਸੀ। ਪਲਸਤਰ ਕਰਵਾਉਣ ਤੋਂ ਬਾਅਦ ਉਹ ਬਰਖਾ ਨੂੰ ਲੈ ਕੇ ਘਰ ਪਰਤ ਆਇਆ। ਅਜੇ ਉਹ ਘਰ ਦੇ ਅੰਦਰ ਬੜੇ ਹੀ ਸਨ ਕਿ ਬਰਖਾ ਦੀ ਸੱਸ, ਜਿਸ ਦੀ ਉਹਨਾਂ ਵੱਲੋਂ ਪਿੱਟ ਸੀ, ਨੇ ਕਟਾਕਸ਼ ਕੀਤਾ। ਆ ਗਿਆ ਜੋਰੂ ਦਾ ਗੁਲਾਮ, ਕੁਝ ਨਹੀਂ ਹੋਇਆ, 12 ਤਾਲੀਏ, ਇੱਕ ਨੰਬਰ ਦੀ, ਸਾਰੇ ਆਪਣੇ ਵਰਗੇ ਹੀ ਲੱਗਦੇ ਨੇ।
ਸੱਸ ਦੇ ਬੋਲ ਸੁਣ ਕੇ ਬਰਖਾ ਦੇ ਮੂੰਹ ਵਿੱਚੋਂ ਆਪ ਮੁਹਾਰੇ ਹੀ ਨਿਕਲ ਗਿਆ। ਸਤੀਸ਼ ਨੂੰ ਵੀ ਮਾਂ ਉੱਪਰ ਗੁੱਸਾ ਬਹੁਤ ਆਇਆ, ਪਰ ਕਿਵੇਂ ਨਾ ਕਿਵੇਂ ਕਰਕੇ ਉਹ ਚੁੱਪ ਹੋ ਰਿਹਾ ਅਤੇ ਬਰਖਾ ਨੂੰ ਵੀ ਚੁੱਪ ਰਹਿਣ ਲਈ ਕਿਹਾ। ਬਰਖਾ ਦਾ ਦਿੱਤਾ ਮੂੰਹ ਮੋੜ ਤੋੜ ਜਵਾਬ ਉਹਦੀ ਸੱਸ ਦਾ ਕਲੇਜਾ ਚੀਰ ਗਿਆ। ਉਸ ਦਿਨ ਉਸਨੇ ਘਰ ਵਿੱਚ ਇੰਨੀ ਕਲਾ ਕੀਤੀ ਕਿ ਸਤੀਸ਼ ਨੂੰ ਅੱਧੀ ਰਾਤ ਨੂੰ ਹੀ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਉਹ ਬਰਖਾ ਨੂੰ ਲੈ ਕੇ ਆਪਣੇ ਸ਼ੋਅਰੂਮ ਤੇ ਆ ਗਿਆ। ਦੋਵਾਂ ਨੇ ਸਾਰੀ ਰਾਤ ਅੱਖਾਂ ਵਿੱਚ ਹੀ ਕੱਟੀ। ਅਗਲੇ ਦਿਨ ਸਵੇਰੇ ਹੀ ਸਤੀਸ਼ ਬਰਖਾ ਨੂੰ ਲੈ ਕੇ ਆਪਣੇ ਸਹੁਰੇ ਘਰ ਪਹੁੰਚ ਗਿਆ। ਦੋਵਾਂ ਨੂੰ ਅਚਨਚੇਤ ਦੇਖ ਕੇ ਸਾਰੇ ਪਰਿਵਾਰ ਦਾ ਮੂੰਹ ਖੁੱਲਾ ਰਹਿ ਗਿਆ। ਬਰਖਾ ਦੀ ਮਾਂ ਆਪਣੀ ਧੀ ਦੀ ਹਾਲਤ ਦੇਖ ਹੌਕਾ ਲੈ ਕੇ ਬੋਲੀ, ਤੈਨੂੰ ਕੀ ਹੋ ਗਿਆ? ਬਰਖਾ ਮਾਂ ਦੇ ਗਲ ਲੱਗ ਕੇ ਧਾਹਾਂ ਮਾਰਨ ਲੱਗ ਪਈ। ਪਿਤਾ ਨੇ ਧੀ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ, ਬਸ ਪੁੱਤ ਹੌਸਲਾ ਰੱਖ। ਧੀ ਜਵਾਈ ਦੀ ਹਾਲਤ ਦੇਖ ਕੇ ਉਸ ਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਬਹੁਤ ਕੁਝ ਬੁਰਾ ਹੋਇਆ ਹੋਵੇਗਾ, ਜੋ ਐਨੀ ਸਵੇਰੇ ਸਵੇਰੇ ਇਸ ਹਾਲਤ ਵਿੱਚ ਬਰਖਾ ਨੂੰ ਲੈ ਕੇ ਪੁੱਜਾ ਹੈ। ਚਾਹ ਪਾਣੀ ਪੀਣ ਤੋਂ ਬਾਅਦ ਬਰਖਾ ਨੇ ਸਾਰੀ ਹੱਡਬੀਤੀ ਆਪਣੇ ਘਰ ਵਾਲਿਆਂ ਨੂੰ ਸੁਣਾ ਦਿੱਤੀ। ਸਤੀਸ਼ ਨੇ ਕਿਹਾ ਕਿ ਹੁਣ ਉਹ ਉਸ ਘਰ ਵਾਪਸ ਨਹੀਂ ਜਾਣਗੇ ਜਦੋਂ ਤੱਕ ਉਹ ਕੋਈ ਕਿਰਾਏ ਤੇ ਮਕਾਨ ਨਹੀਂ ਲੈ ਲੈਂਦਾ। ਬਰਖਾ ਇੱਥੇ ਹੀ ਰਹੇਗੀ। ਜਿਵੇਂ ਹੀ ਮਕਾਨ ਮਿਲ ਗਿਆ ਉਹ ਬਰਖਾ ਨੂੰ ਆ ਕੇ ਲੈ ਜਾਵੇਗਾ। ਸਤੀਸ਼ ਬਰਖਾ ਨੂੰ ਪੇਕੇ ਘਰ ਛੱਡ ਕੇ ਸਿੱਧਾ ਸ਼ੋਰੂਮ ਤੇ ਆ ਗਿਆ। ਨੌਕਰਾਂ ਨੂੰ ਕੰਮ ਤੇ ਲਗਾ ਕੇ ਉਹ ਮਕਾਨ ਦੀ ਭਾਲ ਵਿੱਚ ਨਿਕਲ ਗਿਆ। ਚਿੰਤਾ ਇੱਕ ਪੀਂਘ ਵਾਂਗ ਹੈ ਜੋ ਅੱਗੇ ਪਿੱਛੇ ਤਾਂ ਹੁੰਦੀ ਰਹਿੰਦੀ ਹੈ, ਪਰ ਪਹੁੰਚਦੀ ਕਦੇ ਕਿਤੇ ਵੀ ਨਹੀਂ। ਜਿਵੇਂ ਪੀਂਘ ਦਾ ਰੱਸਾ ਦਰਖਤ ਦੇ ਟਾਹਣੇ ਨੂੰ ਘਿਸ-ਘਿਸ ਕੇ ਛਿੱਲ ਦਿੰਦਾ ਹੈ, ਇਸੇ ਤਰ੍ਹਾਂ ਮਨ ਵੀ ਚਿੰਤਾ ਰੂਪੀ ਰੱਸੇ ਨਾਲ ਬਲੂੰਦਰਿਆ ਜਾਂਦਾ ਹੈ। ਬਰਖਾ ਬੇਸ਼ੱਕ ਪੇਕੇ ਘਰ ਬੈਠੀ ਸੀ, ਕੁਝ ਵੀ ਕਰਨ ਵਿੱਚ ਅਸਮਰੱਥ ਸੀ, ਪਰ ਉਸਨੂੰ ਆਪਣੇ ਆਉਣ ਵਾਲੇ ਕੱਲ ਦੀ ਚਿੰਤਾ ਅੰਦਰੋਂ ਅੰਦਰੀ ਘੁਣ ਵਾਂਗ ਖਾ ਰਹੀ ਸੀ। ਸਤੀਸ਼ ਬਰਖਾ ਨੂੰ ਉਹਦੇ ਪੇਕੇ ਘਰ ਛੱਡ ਕੇ ਸਿੱਧਾ ਸ਼ੋਅਰੂਮ ਪਹੁੰਚ ਗਿਆ। ਦਿਨ ਭਰ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਉਸਨੇ ਰੱਜ ਕੇ ਸ਼ਰਾਬ ਪੀਤੀ ਅਤੇ ਬਿਨਾਂ ਕੁਝ ਖਾਧੇ ਪੀਤੇ ਹੀ ਸੌਂ ਗਿਆ। ਐਤਵਾਰ ਦਾ ਦਿਨ ਸੀ, ਸੋ ਜ਼ਿਆਦਾਤਰ ਮਾਰਕੀਟ ਬੰਦ ਸੀ। ਸਵੇਰੇ ਉੱਠਿਆ ਤਾਂ ਆਪਣੇ ਹਾਲਾਤ ਦੇਖ ਕੇ ਉਸਨੂੰ ਕੁਝ ਸ਼ਰਮ ਜਿਹੀ ਵੀ ਆਈ। ਫਿਰ ਉਸਨੂੰ ਯਾਦ ਆਇਆ ਕਿ ਮਕਾਨ ਵੀ ਦੇਖਣਾ ਸੀ ਅਤੇ ਉਹ ਸੋਚਣ ਲੱਗਾ ਕਿ ਮਕਾਨ ਲਈ ਐਡਵਾਂਸ ਕਿਰਾਇਆ ਵੀ ਦੇਣਾ ਪਵੇਗਾ। ਪੱਲੇ ਤਾਂ ਧੇਲਾ ਨਹੀਂ, ਕਿੱਥੋਂ ਦੇਵੇਗਾ? ਸੋਚਦਾ ਹੋਇਆ ਉਹ ਚਾਬੀ ਨਾਲ ਟੇਬਲ ਨੂੰ ਖੁਰਚਣ ਲੱਗਾ। ਟੇਬਲ ਖੁਰਚਦੇ ਹੋਏ ਉਸਦੀ ਨਜ਼ਰ ਆਪਣੇ ਹੱਥ ਵਿੱਚ ਪਾਏ ਬ੍ਰੈਸਲੇਟ ਉੱਪਰ ਗਈ। ਉਹ ਇੱਕਦਮ ਕੁਰਸੀ ਤੋਂ ਉੱਠ ਕੇ ਖੁੰਭ ਵਾਂਗ ਸਿੱਧਾ ਖੜਾ ਹੋ ਗਿਆ ਅਤੇ ਸੁਨਿਆਰੀ ਦੀ ਦੁਕਾਨ ਤੇ ਪੁੱਜ ਗਿਆ। ਉਸਨੇ ਆਪਣਾ ਬ੍ਰੈਸਲੇਟ ਸੁਨਿਆਰੀ ਨੂੰ ਵੇਚ ਦਿੱਤਾ ਅਤੇ ਪੈਸੇ ਲੈ ਕੇ ਉਹ ਵਾਪਸ ਸ਼ੋਅਰੂਮ ਤੇ ਆ ਗਿਆ। ਸ਼ਾਮ ਨੂੰ ਉਹ ਮਕਾਨ ਕਿਰਾਏ ਉੱਤੇ ਲੈਣ ਲਈ ਸ਼ਹਿਰ ਵਿੱਚ ਭਟਕਣ ਲੱਗਾ। ਇੱਕ ਦੋ ਮਕਾਨ ਦੇਖੇ ਵੀ ਉਹਦੀ ਹੈਸੀਅਤ ਤੋਂ ਬਾਹਰ ਸਨ, ਕਿਉਂਕਿ ਇਕੱਲਾ ਕਿਰਾਇਆ ਹੀ ਨਹੀਂ ਦੇਣਾ ਸੀ, ਬਲਕਿ ਸਭ ਸਮਾਨ ਵੀ ਤਾਂ ਚਾਹੀਦਾ ਸੀ ਘਰ ਚਲਾਉਣ ਲਈ। ਥੱਕ ਹਾਰ ਕੇ ਵਾਪਸ ਸ਼ੋਅਰੂਮ ਪਰਤ ਆਇਆ। ਅਜੇ ਉਸਨੂੰ ਆ ਕੇ ਬੈਠੇ ਨੂੰ ਕੁਝ ਦੇਰ ਹੀ ਹੋਈ ਸੀ ਕਿ ਸਤੀਸ਼ ਦਾ ਭਰਾ ਵਿਨੋਦ ਅਤੇ ਪਿਤਾ ਉੱਥੇ ਪਹੁੰਚ ਗਏ। ਸਤੀਸ਼ ਦੇ ਪਿਤਾ ਨੇ ਆਉਂਦੇ ਹੀ ਉਸਨੂੰ ਗਲ ਨਾਲ ਲਾ ਲਿਆ ਅਤੇ ਕਿਹਾ, ਘਰ ਚੱਲ। ਸਤੀਸ਼ ਨੇ 2 ਕਦਮ ਪਿੱਛੇ ਹਟਦੇ ਹੋਏ 2 ਟੁਕ ਜਵਾਬ ਦਿੱਤਾ, ਨਹੀਂ ਪਿਤਾ ਜੀ, ਮੇਰਾ ਕੋਈ ਘਰ ਨਹੀਂ। ਜੇ ਮੇਰਾ ਕੋਈ ਘਰ ਹੁੰਦਾ ਤਾਂ ਅੱਧੀ ਰਾਤ ਨੂੰ ਮੈਨੂੰ ਕੋਈ ਖਾਲੀ ਹੱਥ ਘਰੋਂ ਨਾ ਕੱਢਦਾ। ਸਾਰੀ ਰਾਤ ਅਸੀਂ ਕਿਵੇਂ ਅਤੇ ਕਿੱਥੇ ਰਹੇ ਤੁਸੀਂ ਕਿਸੇ ਨੇ ਵੀ ਜਾਣਨ ਦੀ ਕੋਸ਼ਿਸ਼ ਕੀਤੀ? ਬਰਖਾ ਦੇ ਪੈਰ ਤੇ ਫ੍ਰੈਕਚਰ ਸੀ। ਪਹਿਲਾਂ ਜਦੋਂ ਸੱਟ ਲੱਗੀ ਤਾਂ ਕਿਸੇ ਨੇ ਬਾਤ ਨਹੀਂ ਪੁੱਛੀ। ਫਿਰ ਜਦੋਂ ਪਲਸਤਰ ਕਰਵਾ ਕੇ ਮੈਂ ਘਰ ਵਾਪਸ ਆਇਆ ਤਾਂ ਕੁੱਤੇ ਖਾਣੇ ਕੀਤੀ ਗਈ। ਕਾਕਾ, ਇਹ ਤੂੰ ਨਹੀਂ ਬੋਲਦਾ, ਤੇਰੇ ਵਿੱਚ ਉਹ ਮਨਹੂਸ ਬੋਲਦੀ। ਕੱਲ ਦੀ ਆਈ ਛੋਕਰੀ ਦਾ ਤੂੰ ਪਾਣੀ ਭਰਦਾ ਫਿਰਦਾ। ਅਸੀਂ ਤੈਨੂੰ ਪਾਲਿਆ ਪਲੋਸਿਆ ਪੜ੍ਹਾਇਆ ਲਿਖਾਇਆ, ਪੈਰਾਂ ਤੇ ਖੜਾ ਕੀਤਾ, ਤੇ ਹੁਣ ਅੱਜ ਤੂੰ ਸਾਨੂੰ ਅੱਖਾਂ ਦਿਖਾਉਣ ਲੱਗ ਪਿਆ। ਨਹੀਂ ਪਿਤਾ ਜੀ, ਮੈਂ ਕਿਸੇ ਨੂੰ ਅੱਖਾਂ ਨਹੀਂ ਦਿਖਾਉਂਦਾ। ਕਾਫੀ ਸਮਾਂ ਉਹਨਾਂ ਦੀ ਆਪਸ ਵਿੱਚ ਤੂੰ ਮੈਂ ਹੁੰਦੀ ਰਹੀ। ਆਖਰ ਨੂੰ ਜਦੋਂ ਸਤੀਸ਼ ਨਾ ਮੰਨਿਆ ਤਾਂ ਪਿਓ ਪੁੱਤਰ ਮੂੰਹ ਲਮਕਾ ਕੇ ਵਾਪਸ ਪਰਤ ਗਏ। ਸਤੀਸ਼ ਆਪਣੇ ਪਿਤਾ ਅਤੇ ਭਰਾ ਦੇ ਜਾਣ ਤੋਂ ਬਾਅਦ ਹੋਰ ਵੀ ਪਰੇਸ਼ਾਨ ਹੋ ਗਿਆ ਸੀ। ਉਸਨੇ ਰਾਤ ਵਾਲੀ ਬਚੀ ਹੋਈ ਸ਼ਰਾਬ ਦੀ ਅੱਧੀ ਬੋਤਲ ਕੱਢੀ ਅਤੇ ਮਿੰਟਾਂ ਦੇ ਵਿੱਚ ਖਾਲੀ ਕਰ ਦਿੱਤੀ। ਅੱਜ ਫਿਰ ਉਹ ਭੁੱਖੇ ਪੇਟ ਹੀ ਸੌਂ ਗਿਆ। ਅਗਲੇ ਦਿਨ ਉਸਨੇ ਨਾਲ ਵਾਲੇ ਸ਼ੋਰੂਮ ਦੇ ਮਾਲਕ ਸੁਰੇਸ਼ ਨਾਲ ਮਕਾਨ ਲੈਣ ਬਾਰੇ ਗੱਲ ਕੀਤੀ ਅਤੇ ਨਾਲ ਦੀ ਨਾਲ ਆਪਣੀ ਮਾਲੀ ਹਾਲਤ ਵੀ ਬਿਆਨ ਕਰ ਦਿੱਤੀ। ਸੁਰੇਸ਼ ਨੇ ਕੁਝ ਸੋਚ ਕੇ ਕਿਹਾ ਕਿ ਮਕਾਨ ਤਾਂ ਹੈ ਉਹਦੀ ਨਜ਼ਰ ਵਿੱਚ, ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੋਣਾ, ਪਰ ਸਫਾਈ ਕਰਾਉਣ ਵਾਲਾ
ਕਿਉਂਕਿ ਉਹ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਏ। ਸਤੀਸ਼ ਨੂੰ ਉੱਪਰੋਂ ਪੈਰ ਪਏ। ਉਸਨੇ ਕਿਹਾ, ਕੋਈ ਨਹੀਂ, ਸਫਾਈ ਉਹ ਆਪਣੇ ਆਪ ਕਰਵਾ ਲਵੇਗਾ। ਸੁਰੇਸ਼ ਅਤੇ ਸਤੀਸ਼ ਉਸੇ ਵੇਲੇ ਜਾ ਕੇ ਮਕਾਨ ਦੇਖ ਆਏ। ਮਕਾਨ ਬਹੁਤ ਸੋਹਣਾ ਤਾਂ ਨਹੀਂ ਸੀ, ਪਰ ਗੁਜ਼ਾਰਾ ਕੀਤਾ ਜਾ ਸਕਦਾ ਸੀ। ਰਸੋਈ ਬਹੁਤ ਛੋਟੀ ਜਿਹੀ ਸੀ ਤੇ 2 ਕਮਰੇ ਜੋ ਕਿ ਬਸ ਬੈੱਡ ਰੱਖਣ ਜਿੰਨੇ ਹੀ ਖੁੱਲੇ ਸਨ, ਪਰ ਸਤੀਸ਼ ਲਈ ਹਾਲ ਦੀ ਘੜੀ ਬਹੁਤ ਵਧੀਆ ਸਨ। ਮਕਾਨ ਮਿਲਣ ਨਾਲ ਮਾਨੋ ਸਤੀਸ਼ ਦੇ ਸਿਰ ਤੋਂ ਮਣਾ ਮੋਈ ਭਾਰ ਉਤਰ ਗਿਆ ਹੋਵੇ। ਉਸਨੇ ਮਕਾਨ ਮਾਲਕ ਨੂੰ ਐਡਵਾਂਸ ਕਿਰਾਇਆ ਫੜਾ ਕੇ ਮਕਾਨ ਦੀਆਂ ਚਾਬੀਆਂ ਉਸ ਪਾਸੋਂ ਲੈ ਲਈਆਂ ਅਤੇ ਨਾਲ ਲੱਗਦੇ ਮਜ਼ਦੂਰ ਲਗਵਾ ਕੇ ਸਫਾਈ ਵੀ ਕਰਵਾ ਲਈ। ਸਤੀਸ਼ ਸਫਾਈ ਕਰਾਉਣ ਤੋਂ ਬਾਅਦ ਬਰਖਾ ਦੇ ਦਹੇਜ ਵਾਲਾ ਸਮਾਨ ਲੈਣ ਲਈ ਘਰ ਪੁੱਜਾ ਤਾਂ ਮਾਂ ਨੇ ਪਹਿਲਾਂ ਤਾਂ ਸਤੀਸ਼ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਵੇਂ ਘਰ ਪਰਤ ਆਉਣ, ਪਰ ਜਦੋਂ ਸਤੀਸ਼ ਨੇ ਕਿਸੇ ਵੀ ਤਰ੍ਹਾਂ ਪਿੰਡੇ ਤੇ ਪਾਣੀ ਨਾ ਪੈਣ ਦਿੱਤਾ ਤਾਂ ਭੜਕ ਉੱਠੀ ਅਤੇ ਕਿਹਾ, ਆਪਣੀ ਟਿੰਨ ਫੌੜੀ ਚੁੱਕ ਤੇ ਦਫਾ ਹੋ ਜਾਵੇ। ਸਤੀਸ਼ ਨੇ ਸਮਾਨ ਚੁਕਵਾ ਕੇ ਕਿਰਾਏ ਉੱਪਰ ਗੱਡੀ ਵਿੱਚ ਰਖਵਾਇਆ ਅਤੇ ਆਪਣੇ ਮਕਾਨ ਨੂੰ ਲੈ ਆ ਗਿਆ। ਸਾਰਾ ਸਾਮਾਨ ਤਰਤੀਬ ਨਾਲ ਰੱਖ ਕੇ ਉਦਾਸ ਜਿਹਾ ਬੈਠ ਗਿਆ। ਜੜ੍ਹਾਂ ਨਾਲੋਂ ਟੁੱਟਣਾ ਕਿਸ ਨੂੰ ਚੰਗਾ ਲੱਗਦਾ ਹੈ। ਉਹਦਾ ਦਿਲ ਕਰਦਾ ਸੀ ਕਿ ਕੋਈ ਹੋਵੇ ਜਿਹਦੇ ਮੋਢੇ ਉੱਤੇ ਸਿਰ ਰੱਖ ਕੇ ਆਪਣਾ ਦਿਲ ਹੌਲਾ ਕਰ ਲਵੇ। ਫਿਰ ਉਸਨੂੰ ਉਹਦੀ ਸਭ ਤੋਂ ਵਫਾਦਾਰ ਸਾਥਣ ਸ਼ਰਾਬ ਦਾ ਖਿਆਲ ਆ ਗਿਆ ਅਤੇ ਸ਼ਰਾਬ ਲੈਣ ਲਈ ਠੇਕੇ ਤੇ ਚਲਾ ਗਿਆ। ਆਉਂਦੇ ਸਮੇਂ ਸ਼ਰਾਬ ਦੇ ਨਾਲ ਮੀਟ ਨੇ ਉਸ ਲਈ ਸੋਨੇ ਦੇ ਸੁਹਾਗੇ ਦਾ ਕੰਮ ਕੀਤਾ। ਸਤੀਸ਼ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਘੋੜੇ ਵੇਚ ਕੇ ਸੌਂ ਗਿਆ। ਸਵੇਰ ਨੂੰ ਜਦੋਂ ਨੌਕਰ ਦਾ ਫੋਨ ਆਇਆ ਤਾਂ ਉਸਦੀ ਅੱਖ ਖੁੱਲੀ। ਉਹ ਬਿਨਾਂ ਨਹਾਏ ਧੋਏ ਉਂਝ ਹੀ ਕੰਮ ਤੇ ਚਲਾ ਗਿਆ। ਹੁਣ ਸ਼ਰਾਬ ਪੀਣੀ ਸਤੀਸ਼ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਬਰਖਾ ਪੇਕੇ ਸੀ, ਉਸ ਤੋਂ ਇਲਾਵਾ ਹੋਰ ਕੋਈ ਵੀ ਉਸਨੂੰ ਰੋਕਣ ਟੋਕਣ ਵਾਲਾ ਨਹੀਂ ਸੀ। ਸਤੀਸ਼ ਦਾ ਕੰਮ ਬਹੁਤ ਵਧੀਆ ਚੱਲ ਪਿਆ ਸੀ, ਜਿਸ ਦੀ ਬਦੌਲਤ ਆਮਦਨ ਵੀ ਸੋਹਣੀ ਹੋਣ ਲੱਗੀ ਸੀ। ਬਹੁਤਾ ਕਰਕੇ ਕੰਮ ਨੌਕਰ ਹੀ ਸੰਭਾਲਦੇ ਸਨ। ਇੱਕ ਦਿਨ ਸਤੀਸ਼ ਸ਼ਾਮ ਦੇ ਵੇਲੇ ਆਪਣੇ ਘਰ ਬੈਠਾ ਸ਼ਰਾਬ ਪੀ ਰਿਹਾ ਸੀ ਕਿ ਅਚਾਨਕ ਦਰਵਾਜ਼ੇ ਤੇ ਦਸਤਕ ਹੋਈ। ਸਤੀਸ਼ ਨੇ ਕੁੰਡੀ ਖੋਲੀ ਤਾਂ ਉਹਦੇ ਪਿਤਾ ਜੀ ਬਿਨਾਂ ਕੁਝ ਬੋਲੇ ਰਵਾ ਰਵੀ ਅੰਦਰ ਆ ਗਏ ਤੇ ਸਿੱਧੇ ਸ਼ਰਾਬ ਦੇ ਟੇਬਲ ਕੋਲ ਜਾ ਕੇ ਖਲੋਤੇ। ਅੱਛਾ, ਕੱਲਾ ਕੱਲਾ ਬੁੱਲੇ ਲੁੱਟ ਰਿਹਾ। ਸਤੀਸ਼ ਨੇ ਪੈਰ ਛੂਏ ਅਤੇ ਇੱਕ ਗਿਲਾਸ ਵਿੱਚ ਸ਼ਰਾਬ ਪਾ ਕੇ ਆਪਣੇ ਪਿਤਾ ਅੱਗੇ ਕਰ ਦਿੱਤੀ। ਉਹਦੇ ਪਿਤਾ ਨੇ ਗਿਲਾਸ ਫੜਿਆ ਤੇ ਇੱਕੋ ਡੀਕ ਲਾ ਕੇ ਗਿਲਾਸ ਇਵੇਂ ਖਾਲੀ ਕਰ ਦਿੱਤਾ ਜਿਵੇਂ ਬਰਿਆਂ ਦੇ ਪਿਆਸੇ ਹੋਣ। ਦੋਵਾਂ ਨੇ ਪੂਰੀ ਬੋਤਲ ਮਿੰਟਾਂ ਵਿੱਚ ਖਾਲੀ ਕਰ ਦਿੱਤੀ। ਦਾਰੂ ਪੀਣ ਤੋਂ ਬਾਅਦ ਟੱਲੀ ਹੋਏ ਪਿਤਾ ਨੂੰ ਉਹ ਉਹਦੇ ਘਰ ਛੱਡਣ ਗਿਆ। ਉਸਨੇ ਡੋਰਬੈਲ ਵਜਾਈ ਤਾਂ ਮਾਂ ਨੇ ਦਰਵਾਜ਼ਾ ਖੋਲ੍ਹਿਆ। ਸਤੀਸ਼ ਨੇ ਮਾਂ ਦੇ ਪੈਰ ਛੂਏ। ਮਾਂ ਨੂੰ ਜਿਵੇਂ ਕੋਈ ਖਜ਼ਾਨਾ ਲੱਭ ਗਿਆ ਹੋਵੇ। ਸਤੀਸ਼, ਆਜਾ ਪੁੱਤ, ਅੰਦਰ ਲੈ ਆ, ਇਹਨਾਂ ਨੂੰ ਕਹਿ। ਉਹ ਅੱਗੇ ਅੱਗੇ ਕਮਰੇ ਵੱਲ ਤੁਰ ਪਈ। ਸਤੀਸ਼ ਪਿਤਾ ਨੂੰ ਬੈੱਡ ਤੇ ਲਿਟਾ ਕੇ ਵਾਪਸ ਪਰਤਣ ਲੱਗਾ ਤਾਂ ਮਾਂ ਨੇ ਉਸਦਾ ਹੱਥ ਫੜ ਕੇ ਤਰਲੇ ਜਿਹੇ ਨਾਲ ਕਿਹਾ, ਪੁੱਤ, ਰੋਟੀ ਖਾ ਕੇ ਚਲਾ ਜਾਵੀਂ, ਮੈਂ ਤੈਨੂੰ ਨਹੀਂ ਰੋਕਾਂਗੀ, ਬਸ ਮੇਰੇ ਲਾਲ ਭੁੱਖਾ ਘਰੋਂ ਨਾ ਜਾ। ਸਤੀਸ਼ ਮਾਂ ਦੀ ਮਮਤਾ ਅੱਗੇ ਝੁਕ ਗਿਆ। ਉਸਨੇ ਖਾਣਾ ਖਾਧਾ ਤੇ ਜਦੋਂ ਉੱਠ ਕੇ ਤੁਰਨ ਲੱਗਾ ਤਾਂ ਮਾਂ ਬੋਲੀ, ਪੁੱਤ, ਜਿੰਨੇ ਦਿਨ ਬਹੂ ਪੇਕੇ ਆ ਤਾਂ ਓਨੇ ਦਿਨ ਖਾਣਾ ਇੱਥੇ ਖਾ ਲਿਆ ਕਰੀ ਮੇਰਾ ਬੱਚਾ। ਚੰਗਾ ਮੰਮੀ ਕਹਿ ਕੇ ਸਤੀਸ਼ ਘਰ ਪਰਤ ਗਿਆ। ਸਾਰਾ ਪਰਿਵਾਰ ਉਸਦੇ ਜਾਣ ਮਗਰੋਂ ਬਹੁਤ ਖੁਸ਼ ਸੀ, ਕਿਉਂਕਿ ਪੰਛੀ ਖਿਡਾਈ ਹੋਈ ਚੋਗ ਚੁਗਣ ਦੇ ਚੱਕਰ ਵਿੱਚ ਉਹਨਾਂ ਵੱਲੋਂ ਵਿਛਾਏ ਹੋਏ ਜਾਲ ਵਿੱਚ ਪੰਛੀ ਫਸ ਚੁੱਕਾ ਸੀ। ਧੀ ਦਾ ਘਰ ਬਸਾਉਣ ਜਾਂ ਉਜਾੜਨ ਵਿੱਚ ਕਈ ਵਾਰੀ ਉਹਦੇ ਮਾਤਾ ਪਿਤਾ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਬਰਖਾ ਇੱਕ ਤਾਂ ਇਕਲੌਤੀ ਧੀ ਸੀ ਆਪਣੇ ਮਾਪਿਆਂ ਦੀ, ਤੇ ਦੂਜਾ ਘਰ ਵੀ ਸਭ ਤੋਂ ਛੋਟੀ ਹੋਣ ਕਰਕੇ ਸਭ ਦੀ ਲਾਡਲੀ ਵੀ ਸੀ। ਸਤੀਸ਼ ਘਰ ਲੈਣ ਤੋਂ ਕੁਝ ਦਿਨ ਬਾਅਦ ਬਰਖਾ ਨੂੰ ਵਾਪਸ ਲਿਆਉਣ ਲਈ ਸਹੁਰੇ ਘਰ ਗਿਆ। ਸਹੁਰੇ ਘਰ ਜਵਾਈ ਦੀ ਵਾਹਵਾ ਆਓ ਭਗਤ ਕੀਤੀ ਗਈ। ਜਦ ਸਤੀਸ਼ ਨੇ ਬਰਖਾ ਨੂੰ ਲਿਜਾਣ ਦੀ ਗੱਲ ਕੀਤੀ ਤਾਂ ਉਹਦੀ ਸੱਸ ਨੇ ਕਿਹਾ, ਕਾਕਾ ਦੇਖ, ਇਹਨੂੰ ਲੈ ਤਾਂ ਜਾਵੇਗਾ, ਪਰ ਇਹਦਾ ਅਜੇ ਪੈਰ ਪੂਰੀ ਤਰ੍ਹਾਂ ਠੀਕ ਨਹੀਂ, ਤੇ ਉੱਤੋਂ ਇਹੋ ਜਿਹੀ ਹਾਲਤ ਵਿੱਚ ਇਹਦਾ ਖਿਆਲ ਕੌਣ ਰੱਖੇਗਾ ਉੱਥੇ? ਤੂੰ ਤਾਂ ਕੰਮ ਤੇ ਚਲਾ ਜਾਂਦਾ। ਪਿੱਛੇ 19-21 ਗੱਲ ਹੋ ਗਈ, ਕੌਣ ਜ਼ਿੰਮੇਵਾਰ ਹੋਵੇਗਾ? ਐਵੇਂ ਦੇਣੇ ਪੈ ਜਾਣਗੇ ਪੁੱਤ। ਬਾਅਦ ਵਿੱਚ ਮੱਥੇ ਤੇ ਹੱਥ ਮਾਰਨ ਨਾਲੋਂ ਪਹਿਲਾਂ ਹੀ ਕਿਉਂ ਨਾ ਸੰਭਲ ਕੇ ਚੱਲੀਏ। ਤੂੰ ਇਹਨੂੰ ਇੱਥੇ ਹੀ ਰਹਿਣ ਦੇ। ਪਰ ਸਤੀਸ਼ ਨਾ ਮੰਨਿਆ। ਉਸਨੇ ਕਿਹਾ, ਕੋਈ ਨਹੀਂ, ਹੁਣ ਇਸਨੂੰ ਕੋਈ ਤੰਗੀ ਤੋਸ਼ੀ ਨਹੀਂ ਝੇਲਣੀ ਪਵੇਗੀ। ਮੈਂ ਸਾਰਾ ਇੰਤਜ਼ਾਮ ਕਰ ਦਿਆਂਗਾ, ਕੰਮ ਬੜੀ ਲਗਾ ਲਵਾਂਗਾ, ਤੁਸੀਂ ਇਸ ਨੂੰ ਮੇਰੇ ਨਾਲ ਭੇਜ ਦਿਓ। ਸਤੀਸ਼ ਦੀ ਜਿੱਦ ਅੱਗੇ ਕਿਸੇ ਦੀ ਇੱਕ ਨਾ ਚੱਲੀ ਤਾਂ ਹਾਰ ਕੇ ਬਰਖਾ ਨੂੰ ਸਤੀਸ਼ ਦੇ ਨਾਲ ਭੇਜ ਦਿੱਤਾ ਗਿਆ। ਬਰਖਾ ਆਪਣੇ ਨਵੇਂ ਮਕਾਨ ਵਿੱਚ ਆ ਕੇ
ਬਹੁਤ ਖੁਸ਼ ਸੀ। ਪਰ ਇਹ ਖੁਸ਼ੀ ਥੋੜੇ ਦਿਨਾਂ ਦੀ ਹੀ ਮਹਿਮਾਨ ਸੀ, ਕਿਉਂਕਿ ਇੱਕ ਤਾਂ ਸਤੀਸ਼ ਨੂੰ ਸ਼ਰਾਬ ਦੀ ਲੱਤ ਬਹੁਤ ਬੁਰੀ ਤਰ੍ਹਾਂ ਜਕੜ ਚੁੱਕੀ ਸੀ, ਅਤੇ ਦੂਜਾ, ਜਿਸ ਮਾਂ-ਬਾਪ ਦੀ ਵਜ੍ਹਾ ਨਾਲ ਉਹ ਘਰੋਂ ਬੇਘਰ ਹੋਏ ਸਨ, ਹੌਲੀ-ਹੌਲੀ ਉਹਨਾਂ ਨੇ ਆਪਣੇ ਪੈਰ ਇੱਥੇ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਬਰਖਾ ਸਤੀਸ਼ ਦੇ ਨਾਲ ਆ ਕੇ ਪਛਤਾ ਰਹੀ ਸੀ। ਜੇ ਸਤੀਸ਼ ਨੂੰ ਕੁਝ ਕਹਿੰਦੀ ਸੀ ਤਾਂ ਉਹ ਗੁੱਸਾ ਕਰਦਾ ਸੀ। ਸਤੀਸ਼ ਹਰ ਦੂਜੇ ਤੀਜੇ ਦਿਨ ਆਪਣੇ ਪਿਤਾ ਦੇ ਘਰ ਜਾਂਦਾ ਅਤੇ ਦਾਰੂ ਨਾਲ ਟੱਲੀ ਹੋ ਕੇ ਘਰ ਆਉਂਦਾ। ਬਰਖਾ ਘਰ ਵਿੱਚ ਹੋਣ ਵਾਲੀ ਛੋਟੀ ਤੋਂ ਛੋਟੀ ਗੱਲ ਵੀ ਆਪਣੇ ਪੇਕੇ ਘਰ ਦੱਸਦੀ ਸੀ। ਹਰ ਮਾਂ ਨੂੰ ਆਪਣੀ ਧੀ ਦੇ ਦੁੱਖ ਸੁੱਖ ਦੀ ਚਿੰਤਾ ਹੁੰਦੀ ਏ, ਤੇ ਉਹਦੀ ਮਾਂ ਨੂੰ ਵੀ ਹੁੰਦੀ ਸੀ। ਪਰ ਇੱਕ ਸਿਆਣੀ ਮਾਂ ਆਪਣੀ ਧੀ ਨੂੰ ਮੱਤ ਦਿੰਦੀ ਹੈ, ਕੁਮੱਤ ਨਹੀਂ। ਬਰਖਾ ਦੀ ਮਾਂ ਉਸਨੂੰ ਉਲਟੀ ਪੱਟੀ ਪੜਾਉਂਦੀ ਰਹਿੰਦੀ ਸੀ, ਜਿਸ ਸਦਕਾ ਬਰਖਾ ਘਰ ਵਿੱਚ ਗਾਹੇ ਬਗਾਹੇ ਕਲੇਸ਼ ਕਰਦੀ ਰਹਿੰਦੀ ਸੀ। ਸਤੀਸ਼ ਦੀਆਂ ਦੋ ਭੈਣਾਂ ਸਨ, ਸੀਮਾ ਅਤੇ ਰੀਟਾ। ਵੱਡੀ ਭੈਣ ਸੀਮਾ ਲਈ ਕਿਸੇ ਨੇ ਰਿਸ਼ਤੇ ਦੀ ਦੱਸ ਪਾਈ, ਜੋ ਕਾਫੀ ਅਮੀਰ ਘਰਾਣੇ ਵਿੱਚੋਂ ਸੀ। ਜਦੋਂ ਦੇਖ ਦਿਖਾਵਾ ਕੀਤਾ ਗਿਆ ਤਾਂ ਮੁੰਡੇ ਵਾਲਿਆਂ ਨੇ ਛੋਟੀ ਰੀਟਾ ਨੂੰ ਵੀ ਆਪਣੇ ਛੋਟੇ ਮੁੰਡੇ ਲਈ ਪਸੰਦ ਕਰ ਲਿਆ ਸੀ। ਮੁੰਡੇ ਦੋਹਾਂ ਕੁੜੀਆਂ ਨਾਲੋਂ ਉਮਰ ਵਿੱਚ ਕਾਫੀ ਵੱਡੇ ਸਨ। ਮੁੰਡੇ ਵਾਲਿਆਂ ਨੇ ਦਹੇਜ ਲੈਣ ਤੋਂ ਮਨਾ ਕਰ ਦਿੱਤਾ ਸੀ। ਬਸ ਇਸੇ ਕਰਕੇ ਦੋਵਾਂ ਭੈਣਾਂ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ। ਸਤੀਸ਼ ਆਪਣੀਆਂ ਭੈਣਾਂ ਤੇ ਜਾਨ ਛਿੜਕਦਾ ਸੀ। ਜਦ ਉਸਨੂੰ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਸਨੇ ਮੁੰਡਿਆਂ ਦੀ ਉਮਰ ਜ਼ਿਆਦਾ ਹੋਣ ਕਰਕੇ ਰਿਸ਼ਤੇ ਦਾ ਵਿਰੋਧ ਕੀਤਾ। ਉਸਨੇ ਕਿਹਾ ਕਿ ਇਹ ਕੋਈ ਜੋੜ ਥੋੜਾ ਏ, ਨਰਕ ਏ, ਤੁਸੀਂ ਕੁੜੀਆਂ ਨਾਲ ਧੱਕਾ ਕਰਦੇ ਪਏ ਹੋ। ਉਸ ਦੀਆਂ ਗੱਲਾਂ ਸੁਣ ਕੇ ਵਿਨੋਦ ਅਤੇ ਉਹਦੀ ਮਾਂ ਉਸਨੂੰ ਟੁੱਟ ਕੇ ਪੈ ਗਏ। ਮਾਂ ਨੇ ਕਿਹਾ, ਜਦ ਤੂੰ ਉਹ ਹੂਰ ਭਰੀ ਪਸੰਦ ਕੀਤੀ ਸੀ ਤਾਂ ਤੂੰ ਕਿਹੜਾ ਘੱਟ ਉਮਰ ਦਾ ਸੀ। ਸਤੀਸ਼ ਨੇ ਮੂੰਹ ਨੂੰ ਤਾਲਾ ਲਾ ਲਿਆ। ਸੀਮਾ ਤੇ ਰੀਟਾ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਸੀ। ਸਤੀਸ਼ ਆਪਣੇ ਵੱਡੇ ਪੁੱਤਰ ਹੋਣ ਦਾ ਫਰਜ਼ ਬਾਖੂਬੀ ਨਿਭਾ ਰਿਹਾ ਸੀ, ਪਰ ਬਰਖਾ ਦੇ ਫਰਿਸ਼ਤਿਆਂ ਨੂੰ ਵੀ ਇਸ ਦੀ ਕੋਈ ਖਬਰ ਨਹੀਂ ਸੀ ਕਿ ਸਤੀਸ਼ ਭੈਣਾਂ ਦੇ ਵਿਆਹਾਂ ਦੀਆਂ ਤਿਆਰੀਆਂ ਕਰਦਾ ਫਿਰਦਾ ਹੈ। ਜਦੋਂ ਵਿਆਹ ਦਾ ਦਿਨ ਆਇਆ ਤਾਂ ਸਤੀਸ਼ ਦੀ ਮਾਂ ਅਤੇ ਪਿਤਾ ਜੀ ਸਤੀਸ਼ ਦੇ ਘਰ ਆਏ। ਸਤੀਸ਼ ਉਸ ਵੇਲੇ ਘਰ ਹੀ ਸੀ। ਬਰਖਾ ਨੇ ਅਣਮੰਨੇ ਜੇ ਮਨ ਨਾਲ ਪੈਰ ਛੂਹੇ ਤੇ ਚਾਹ ਬਣਾ ਰਹੀ। ਚਾਹ ਪੀ ਕੇ ਸੱਸ ਬੋਲੀ, ਚੱਲ ਬਹੂ, ਅਸੀਂ ਤੈਨੂੰ ਲੈਣ ਆਏ ਹਾਂ, ਕੱਪੜੇ ਲੈ ਆ। ਬਰਖਾ ਨੇ ਸਤੀਸ਼ ਵੱਲ ਟੇਢੀ ਜਿਹੀ ਅੱਖ ਨਾਲ ਵੇਖਿਆ ਤਾਂ ਸਤੀਸ਼ ਨੇ ਅੱਖਾਂ ਵਿੱਚ ਹੀ ਉਸਨੂੰ ਚੁੱਪਚਾਪ ਤਿਆਰ ਹੋਣ ਲਈ ਕਹਿ ਦਿੱਤਾ। ਤਾਂ ਬਰਖਾ ਪਤੀ ਦੀ ਖਾਤਰ ਮਨ ਮਾਰ ਕੇ ਚੁੱਪਚਾਪ ਤਿਆਰ ਹੋ ਗਈ ਅਤੇ ਚਾਰੇ ਜਾਣੇ ਸਤੀਸ਼ ਦੇ ਪਿਤਾ ਦੇ ਘਰ ਪੁੱਜ ਗਏ। ਵਿਆਹ ਦੇ ਸਾਰੇ ਕਾਰਜ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਗਏ ਸਨ। ਵਿਆਹ ਤੋਂ ਬਾਅਦ ਬਰਖਾ ਨੇ ਸਤੀਸ਼ ਨੂੰ ਵੀ ਆਪਣੇ ਘਰ ਪਰਤਣ ਲਈ ਬੋਲਿਆ ਤਾਂ ਪਿੱਛੋਂ ਮਾਂ ਬੋਲੀ, ਇਹ ਕਿਹਦਾ ਘਰ ਏ? ਨਹੀਂ ਚੁੱਪ ਕਰ, ਜੇ ਕਿਸੇ ਨੇ ਕਿਤੇ ਨਹੀਂ ਜਾਣਾ ਅੱਜ। ਬਰਖਾ ਨੇ ਗੁੱਸੇ ਵਿੱਚ ਸਤੀਸ਼ ਵੱਲ ਵੇਖਿਆ, ਮਾनो ਉਹ ਉਸ ਨੂੰ ਪੁੱਛ ਰਹੀ ਹੋਵੇ, ਜਦੋਂ ਅੱਧੀ ਰਾਤ ਨੂੰ ਘਰੋਂ ਕੱਢਿਆ ਸੀ ਤਦ ਇਹ ਘਰ ਨਹੀਂ ਸੀ। ਸਤੀਸ਼ ਨੇ ਗੱਲ ਨੂੰ ਸੰਭਾਲਦੇ ਹੋਏ ਕਿਹਾ, ਕੋਈ ਨਹੀਂ ਬਰਖਾ, ਕੱਲ ਚੱਲਾਂਗੇ, ਜਾ ਤੂੰ ਜਾ ਕੇ ਸੌਂ ਜਾ। ਬਰਖਾ ਤਾਂ ਸੜਕੇ ਸਵਾਹ ਹੋ ਗਈ। ਸੋਚਣ ਲੱਗੀ ਕਿ ਮੈਨੂੰ ਪੇਕਿਆਂ ਤੋਂ ਕੀ ਬੋਲ ਕੇ ਲਿਆਇਆ ਸੀ ਅਤੇ ਇੱਥੇ ਰੈਸਟ ਤਾਂ ਕੀ ਕਰਾਉਣੀ ਸੀ। ਇੱਥੇ ਤਾਂ ਸਭ ਦੀ ਚਾਕਰੀ ਕਰਵਾ ਰਿਹਾ ਏ। ਬਰਖਾ ਉੱਠ ਕੇ ਕਮਰੇ ਵਿੱਚ ਚਲੀ ਗਈ। ਸਤੀਸ਼ ਅਤੇ ਉਸਦੇ ਪਿਤਾ ਨੇ ਆਪਣੀ ਨਿਤਰਾ ਪ੍ਰਤੀ ਵਾਲਾ ਕੰਮ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਖਾਣਾ ਖਾਧਾ ਤੇ ਸੌਂ ਗਏ। ਬਰਖਾ ਨੇ ਸਾਰੀ ਰਾਤ ਅੱਖਾਂ ਵਿੱਚ ਕੱਢੀ। ਸਵੇਰ ਨੂੰ ਬਰਖਾ ਸਵੇਰੇ ਹੀ ਉੱਠ ਕੇ ਤਿਆਰ ਹੋ ਗਈ ਤਾਂ ਕਿ ਸਤੀਸ਼ ਜਦੋਂ ਕੰਮ ਤੇ ਜਾਵੇ ਤਦ ਉਹ ਵੀ ਉਹਦੇ ਨਾਲ ਹੀ ਆਪਣੇ ਘਰ ਪਰਤ ਜਾਵੇ। ਸਤੀਸ਼ ਜਦ ਸੁੱਤਾ ਉੱਠਿਆ ਤਾਂ ਬਰਖਾ ਤੇ ਨਜ਼ਰ ਪੈਂਦੇ ਹੀ ਬੋਲਿਆ, ਸਰਕਾਰਾਂ ਸਵੇਰੇ ਹੀ ਟਿਪ ਟੌਪ ਹੋ ਗਈਆਂ, ਕਿੱਧਰ ਦੀਆਂ ਤਿਆਰੀਆਂ ਕੀਤੀਆਂ? ਸਿੰਘ ਪਲੋਸ ਕੇ। ਮੈਂ ਮਜ਼ਾਕ ਦੇ ਮੂਡ ਵਿੱਚ ਬਿਲਕੁਲ ਵੀ ਨਹੀਂ। ਸਤੀਸ਼, ਤਿਆਰ ਹੋ ਜਾਵੋ ਤੁਸੀਂ ਵੀ। ਕੰਮ ਤੇ ਜਾਂਦੇ ਰਸਤੇ ਵਿੱਚ ਮੈਨੂੰ ਘਰ ਛੱਡ ਦੇਣਾ। ਚੱਲ ਠੀਕ ਹੈ, ਕਹਿ ਕੇ ਸਤੀਸ਼ ਨਹਾਉਣ ਚਲਾ ਗਿਆ। ਬਰਖਾ ਨੇ ਆਪਣੇ ਦੋਵੇਂ ਬੈਗ ਪੈਕ ਕੀਤੇ ਤੇ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਸੱਸ ਨੇ ਜਦ ਬਰਖਾ ਨੂੰ ਤਿਆਰ ਹੋਈ ਨੂੰ ਦੇਖਿਆ ਤਾਂ ਬੋਲੀ, ਤੂੰ ਸਵੇਰੇ ਹੀ ਤਿਆਰ ਹੋ ਗਈ ਏ? ਬਰਖਾ ਬੋਲੀ, ਹਾਂ ਮੰਮੀ, ਮੇਰੇ ਪੈਰ ਵਿੱਚ ਥੋੜਾ ਦਰਦ ਏ, ਡਾਕਟਰ ਨੂੰ ਦਿਖਾਉਣਾ, ਨਾਲੇ ਮੈਂ ਟੀਕਾ ਵੀ ਲਗਵਾਉਣਾ ਸੀ। ਚਲੋ ਤੁਹਾਡੀ ਜਿੱਦਾਂ ਮਰਜ਼ੀ ਏ, ਕਰੋ, ਮੇਰੀ ਕਿਹੜਾ ਸੁਣਨੀ ਏ ਕਿਸੇ ਨੇ। ਉਹ ਸਮਝ ਗਈ ਸੀ ਕਿ ਹੁਣ ਬਰਖਾ ਕਿਸੇ ਵੀ ਸੂਰਤ ਰੁਕੇਗੀ ਨਹੀਂ। ਨਾਸ਼ਤਾ ਕਰਕੇ ਬਰਖਾ ਤੇ ਸਤੀਸ਼ ਵਾਪਸ ਆਪਣੇ ਘਰ ਪਰਤ ਆਏ। ਸਤੀਸ਼ ਬਰਖਾ ਨੂੰ ਘਰ ਛੱਡ ਕੇ ਸ਼ੋਰੂਮ ਤੇ ਚਲਾ ਗਿਆ ਅਤੇ ਬਰਖਾ ਨੇ ਅੰਦਰ ਵੜਦੇ ਹੀ ਆਪਣੀ ਮਾਂ ਨੂੰ ਫੋਨ ਲਾ ਲਿਆ ਅਤੇ ਸਹੁਰੇ ਘਰ ਦੀ ਨਿੱਕੀ ਨਿੱਕੀ ਗੱਲ ਵੀ ਮਾਂ ਨਾਲ ਵਿਸਤਾਰਪੂਰਵਕ ਸਾਂਝੀ ਕੀਤੀ। ਮਾਂ ਵੀ ਬੜਾ ਕੰਨ ਲਾ ਕੇ ਉਸਦੀਆਂ ਗੱਲਾਂ ਸੁਣਦੀ ਰਹੀ। ਉਹਨਾਂ ਦੀਆਂ ਗੱਲਾਂ ਪਤਾ ਨਹੀਂ ਅਜੇ ਹੋਰ ਕਿੰਨਾ ਚਿਰ ਚੱਲਦੀਆਂ ਰਹਿੰਦੀਆਂ।
ਜੇ ਮਾਂ ਦੇ ਫੋਨ ਦੀ ਬੈਟਰੀ ਦੀ ਟਾਈ ਫਿਸ ਨਾ ਹੁੰਦੀ। ਮਾਂ ਨੇ ਗਰਭ ਵਿੱਚ ਪਲ ਰਹੇ ਬੱਚੇ ਦੀ ਤੰਦਰੁਸਤੀ ਤੇ ਮਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਤੇ ਨਿਰਭਰ ਕਰਦੀ ਹੈ। ਜੇਕਰ ਮਾਂ ਨੂੰ ਸੰਤੁਲਿਤ ਆਹਾਰ ਅਤੇ ਖੁਸ਼ਨੁਮਾ ਮਾਹੌਲ ਨਾ ਮਿਲੇ ਤਾਂ ਬੱਚਾ ਕਈ ਮਾਨਸਿਕ ਅਤੇ ਸਰੀਰਕ ਕਮਜ਼ੋਰੀਆਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਬਰਖਾ 6 ਮਹੀਨੇ ਦੀ ਗਰਭਵਤੀ ਸੀ। ਉਸਨੂੰ ਪੂਰੀ ਖੁਰਾਕ ਤਾਂ ਨਸੀਬ ਨਹੀਂ ਸੀ ਹੋ ਰਹੀ, ਪਰ ਟੈਨਸ਼ਨ ਬਥੇਰੀ ਗੱਫੇ ਭਰ ਕੇ ਮਿਲ ਰਹੀ ਸੀ। ਇੱਕ ਤਾਂ ਉਹ ਸਤੀਸ਼ ਦੀ ਸ਼ਰਾਬ ਦੀ ਆਦਤ ਤੋਂ ਪਰੇਸ਼ਾਨ ਰਹਿੰਦੀ ਸੀ ਅਤੇ ਦੂਜਾ ਸਤੀਸ਼ ਆਪਣੇ ਮਾਂ-ਪਿਓ ਦੇ ਘਰ ਵਾਰ-ਵਾਰ ਜਾਣਾ ਉਸਨੂੰ ਚੰਗਾ ਨਹੀਂ ਲੱਗਦਾ ਸੀ। ਇਸੇ ਕਾਰਨ ਦੋਵਾਂ ਵਿੱਚ ਅਣਬਣ ਜਿਹੀ ਰਹਿਣ ਲੱਗ ਪਈ ਸੀ। ਇੱਕ ਦਿਨ ਬਰਖਾ ਖਾਣਾ ਬਣਾ ਰਹੀ ਸੀ ਤਾਂ ਉਹਦੇ ਪੇਟ ਵਿੱਚ ਮੱਠਾ-ਮੱਠਾ ਦਰਦ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਉਸਨੇ ਪਰਵਾਹ ਜਿਹੀ ਨਾ ਕੀਤੀ, ਪਰ ਦਰਦ ਹੌਲੀ-ਹੌਲੀ ਵਧਣ ਲੱਗ ਪਿਆ। ਉਹ ਸਤੀਸ਼ ਨਾਲ ਗੁੱਸੇ ਸੀ, ਇਸ ਕਰਕੇ ਉਸਨੂੰ ਦੱਸਣਾ ਨਹੀਂ ਚਾਹੁੰਦੀ ਸੀ। ਉਸਨੇ ਆਟੋ ਕਿਰਾਏ ਤੇ ਕੀਤਾ ਤੇ ਇਕੱਲੀ ਹੀ ਹਸਪਤਾਲ ਪੁੱਜ ਗਈ। ਗਾਇਨੇਕੋਲੋਜੀ ਵਾਲਾ ਡਾਕਟਰ ਦੀ ਪਰਚੀ ਬਣਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗ ਗਈ। ਦਰਦ ਵੱਧਦਾ ਹੀ ਜਾ ਰਿਹਾ ਸੀ, ਉਸ ਲਈ ਉੱਠਣਾ ਮੁਸ਼ਕਲ ਹੋ ਰਿਹਾ ਸੀ। ਜੋ ਦਰਦ ਸਹਿਣਾ ਉਹਦੇ ਬਸ ਤੋਂ ਬਾਹਰ ਹੋ ਗਿਆ ਤਾਂ ਉਸਨੇ ਸਤੀਸ਼ ਨੂੰ ਫੋਨ ਕਰਕੇ ਆਪਣੇ ਬਾਰੇ ਦੱਸਿਆ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਹਸਪਤਾਲ ਵਿੱਚ ਹੈ। ਤਾਂ ਸਤੀਸ਼ ਆਪਣੇ ਇੱਕ ਨੌਕਰ ਨੂੰ ਦੱਸ ਕੇ ਹਸਪਤਾਲ ਪੁੱਜ ਗਿਆ। ਉਸਨੇ ਬਰਖਾ ਨੂੰ ਉੱਥੋਂ ਉਠਾਇਆ ਅਤੇ ਸਿੱਧਾ ਅੰਦਰ ਡਾਕਟਰ ਕੋਲ ਲੈ ਗਿਆ ਅਤੇ ਬਰਖਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰ ਨੇ ਚੈੱਕਅਪ ਕੀਤਾ ਅਤੇ ਕਿਹਾ ਪੇਸ਼ੈਂਟ ਨੂੰ ਦਾਖਲ ਕਰਨਾ ਪਵੇਗਾ ਅਤੇ ਨਾਲ ਹੀ ਸਤੀਸ਼ ਨੂੰ ਝਾੜ ਵੀ ਪਾਈ ਕਿ ਤੁਸੀਂ ਇੰਨੇ ਲਾਪਰਵਾਹ ਕਿਵੇਂ ਹੋ ਸਕਦੇ ਹੋ। ਤੁਹਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਤੁਹਾਨੂੰ ਇਸ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ। ਮਾਂ ਤੇ ਬੱਚਾ ਬਹੁਤ ਕਮਜ਼ੋਰ ਨੇ। ਕੀ ਇਹ ਕੋਈ ਬੱਚਾ ਪੈਦਾ ਕਰਨ ਵਾਲੀ ਮਸ਼ੀਨ ਹੈ? ਮਸ਼ੀਨ ਨੂੰ ਵੀ ਦੇਖ ਰੇਖ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਆਪਣੇ ਸਾਥੀ ਦੀ ਕੋਈ ਪਰਵਾਹ ਨਹੀਂ। ਜੇ ਇਹੀ ਹਾਲਾਤ ਰਹੇ ਤਾਂ ਜੱਚਾ ਅਤੇ ਬੱਚਾ ਦੋਵਾਂ ਦੇ ਹੱਥ ਤੋਂ ਬੈਠੋਗੇ। ਡਾਕਟਰ ਦੇ ਬੋਲ ਸੁਣ ਕੇ ਸਤੀਸ਼ ਦੇ ਹੱਥ ਪੈਰ ਫੁੱਲਣ ਲੱਗ ਪਏ। ਸਤੀਸ਼ ਨੇ ਬਰਖਾ ਨੂੰ ਕਿਹਾ ਕਿ ਇਹ ਲੇਡੀਜ਼ ਵਾਰਡ ਏ, ਮੈਂ ਮੰਮੀ ਨੂੰ ਫੋਨ ਕਰਕੇ ਬੁਲਾ ਲੈਂਦਾ ਹਾਂ। ਪਰ ਬਰਖਾ ਨੇ ਕੋਰੀ ਨਾ ਕਰ ਦਿੱਤੀ ਅਤੇ ਕਿਹਾ ਉਹ ਇਕੱਲੀ ਰਹਿ ਲਵੇਗੀ, ਪਰ ਉਹਦੀ ਮਾਂ ਉਸ ਕੋਲ ਨਹੀਂ ਆਵੇਗੀ। ਉਸਨੇ ਕਿਹਾ ਕਿ ਮੇਰੀ ਮੰਮੀ ਨੂੰ ਫੋਨ ਕਰਕੇ ਬੁਲਾ ਲਵੋ। ਸਤੀਸ਼ ਚਾਹੁੰਦਾ ਤਾਂ ਨਹੀਂ ਸੀ, ਪਰ ਗਾਂ ਪਨਾਵੇ ਜੌਂ ਪਾਵੇ ਗਲੇ ਹੀ ਹੋਣ। ਸਤੀਸ਼ ਨੇ ਦੜ ਵੱਟ ਕੇ ਆਪਣੇ ਸਹੁਰੇ ਘਰ ਫੋਨ ਕੀਤਾ ਤਾਂ ਪਹਿਲਾਂ ਤਾਂ ਉਹਦੀ ਸੱਸ ਨੇ ਉਸਨੂੰ ਲੰਮੇ ਹੱਥੀ ਲਿਆ। ਉਸਨੇ ਕਿਹਾ ਕਾਕਾ, ਮੈਂ ਇਸ ਲਈ ਤੇਰੇ ਤਰਲੇ ਕੱਟੇ ਸੀ ਕਿ ਉਸ ਦਿਨ ਕੇ ਕੁੜੀ ਨੂੰ ਛੱਡ ਜਾ, ਪਰ ਤੂੰ ਕਿਸੇ ਦੀ ਇੱਕ ਨਾ ਸੁਣੀ। ਪਰ ਵਕਤ ਪੈ ਗਿਆ ਨਾ, ਹੁਣ ਦੱਸ ਕੀ ਕਰਾਂ ਮੈਂ। 4 ਦਿਨ ਨਹੀਂ ਹੋਏ ਅਜੇ ਤੋਰੀ ਨੂੰ ਤੇ ਕਿੰਨਾ ਕੁਝ ਦੇਖ ਲਿਆ ਮੇਰੀ ਧੀ ਨੇ। ਬੋਲਦੀ ਉਹ ਰੋਣ ਲੱਗ ਪਈ। ਸਤੀਸ਼ ਨੂੰ ਪਹਿਲਾਂ ਤਾਂ ਬਹੁਤ ਗੁੱਸਾ ਆਇਆ, ਪਰ ਉਹ ਗੁੱਸਾ ਪੀ ਗਿਆ ਤੇ ਬੋਲਿਆ ਮੰਮੀ ਤੁਸੀਂ ਥੋੜੇ ਦਿਨਾਂ ਲਈ ਆ ਜਾਵੋ ਤਾਂ ਚੰਗਾ ਏ। ਬਰਖਾ ਨੂੰ ਡਾਕਟਰ ਨੇ ਬੈੱਡ ਰੈਸਟ ਕਰਨ ਲਈ ਕਿਹਾ ਏ। ਬਰਖਾ ਦੀ ਮਾਂ ਨੇ ਕਿਹਾ ਆਪਣੀ ਮਾਂ ਨੂੰ ਬੁਲਾ ਲੈ, ਜਿਹਦੇ ਪਿੱਛੇ ਲੱਗ ਕੇ ਮੇਰੀ ਧੀ ਦਾ ਪਾਲਣ ਕਰ ਦਿੱਤਾ। ਪਰ ਫਿਰ ਧੀ ਬਾਰੇ ਸੋਚ ਕੇ ਉਸਨੇ ਕਿਹਾ ਕਿ ਉਹ ਕੱਲ ਆ ਜਾਵੇਗੀ। ਬਰਖਾ ਦੀ ਮਾਂ ਲਈ ਧੀ ਦੀ ਚਿੰਤਾ ਵਿੱਚ ਇੱਕ ਰਾਤ ਕੱਟਣੀ ਵੀ ਕਈ ਸਾਲਾਂ ਦੇ ਬਰਾਬਰ ਸੀ। ਉਹ ਇਸ ਇੰਤਜ਼ਾਰ ਵਿੱਚ ਸੀ ਕਿ ਕਦ ਦਿਨ ਚੜ੍ਹੇ ਅਤੇ ਕਦ ਉਹ ਆਪਣੀ ਧੀ ਕੋਲ ਪਹੁੰਚ ਜਾਵੇ। ਉਹਦਾ ਬੱਸ ਚੱਲਦਾ ਤਾਂ ਉਹ ਉੱਡ ਕੇ ਵੀ ਆਪਣੀ ਧੀ ਕੋਲ ਪਹੁੰਚ ਜਾਂਦੀ। ਬਰਖਾ ਦੇ ਮਾਤਾ-ਪਿਤਾ ਦੋਵੇਂ ਅਗਲੇ ਦਿਨ ਸਿੱਧੇ ਹਸਪਤਾਲ ਪੁੱਜ ਗਏ। ਬਰਖਾ ਹੁਣ ਠੀਕ ਸੀ, ਪਰ ਡਾਕਟਰ ਮੁਤਾਬਿਕ ਬਰਖਾ ਤੇ ਬੱਚਾ ਦੋਵੇਂ ਬਹੁਤ ਕਮਜ਼ੋਰ ਸਨ। ਆਪਣੇ ਸੱਸ ਸਹੁਰੇ ਨੂੰ ਵੇਖ ਕੇ ਸਤੀਸ਼ ਦੇ ਸਾਹ ਵਿੱਚ ਸਾਹ ਆ ਗਿਆ, ਕਿਉਂਕਿ ਸਤੀਸ਼ ਦਾ ਸ਼ੋਅਰੂਮ ਅਤੇ ਜਾਣਾ ਬਹੁਤ ਜ਼ਰੂਰੀ ਸੀ। ਸਾਰਾ ਕੰਮ ਨੌਕਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ ਸੀ। ਬਰਖਾ ਵੀ ਆਪਣੇ ਮਾਂ-ਪਿਓ ਨੂੰ ਵੇਖ ਕੇ ਬਾਗੋ-ਬਾਗ ਹੋ ਗਈ। ਬਰਖਾ ਦੇ ਪਿਤਾ ਜੀ ਧੀ ਨੂੰ ਮਿਲ ਕੇ ਵਾਪਸ ਆਪਣੇ ਘਰ ਪਰਤ ਗਏ ਅਤੇ ਆਪਣੀ ਧੀ ਕੋਲ ਮਾਂ ਬੈਠ ਗਈ ਤੇ ਸਤੀਸ਼ ਸੱਸ ਦਾ ਸਾਮਾਨ ਲੈ ਕੇ ਘਰ ਚਲਾ ਗਿਆ। ਬਰਖਾ ਦੇ ਬਿਮਾਰ ਹੋਣ ਨਾਲ ਸਤੀਸ਼ ਦੀ ਖੇਚਲ ਪਹਿਲਾਂ ਨਾਲੋਂ ਦੁੱਗਣੀ ਵੱਧ ਗਈ ਸੀ। ਉਸ ਨੂੰ ਹਸਪਤਾਲ ਵਿੱਚ 2 ਟਾਈਮ ਦੋਵਾਂ ਲਈ ਖਾਣਾ ਬਣਾ ਕੇ ਪਹੁੰਚਾਉਣਾ ਪੈਂਦਾ, ਫਿਰ ਆਪਣਾ ਕੰਮ-ਕਾਜ ਵੀ ਦੇਖਣਾ ਪੈਂਦਾ ਸੀ। ਸਾਰਾ ਦਿਨ ਖੜੀ ਲੱਤ ਰਹਿਣਾ ਪੈਂਦਾ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਥੱਕ ਟੁੱਟ ਚੁੱਕਾ ਸੀ। ਆਪਣੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਹ ਆਪਣੀ ਸਾਥਣ ਲਾਲ ਪਰੀ ਜਾਣੀ ਦਾਰੂ ਦਾ ਸਹਾਰਾ ਲੈਂਦਾ। 1 ਹਫ਼ਤੇ ਬਾਅਦ ਬਰਖਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਸਤੀਸ਼ ਨੇ ਉੱਪਰ ਵਾਲੇ ਦੇ 100 ਸ਼ੁਕਰ ਮਨਾਏ। ਬਰਖਾ ਦੀ ਮਾਂ ਵੀ ਆਪਣੇ ਘਰ ਪਰਤ ਗਈ, ਪਰ ਜਾਣ ਲੱਗੀ ਧੀ ਨੂੰ 100 ਤਾਕੀਦਾਂ ਕਰ ਗਈ, ਭਾਵੇਂ ਘਿਓ ਦਾ ਘੜਾ ਹੜ ਜਾਵੇ ਤੂੰ ਬੈੱਡ ਤੋਂ ਪੈਰ ਥੱਲੇ ਨਹੀਂ ਲਾਉਣਾ, ਕੋਈ ਟੈਨਸ਼ਨ ਨਹੀਂ ਲੈਣੀ ਤੇ ਪਤਾ ਨਹੀਂ ਕੀ ਕੁਝ ਹੋਰ ਵੀ। ਬਰਖਾ ਬੈੱਡ ਤੇ ਤਾਂ ਪਈ ਸੀ, ਪਰ ਉਹਦੇ ਖਿਆਲਾਂ ਵਾਲੇ ਘੋੜੇ ਉਸਨੂੰ ਟਿਕਣ ਨਾ ਦਿੰਦੇ। ਸਤੀਸ਼ ਸਵੇਰੇ ਚਲਾ ਜਾਂਦਾ ਤੇ ਰਾਤ ਨੂੰ ਅੱਧੀ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਘਰ ਵੜਦਾ।
ਜੇ ਬਰਖਾ ਮਨਾ ਕਰਦੀ ਤਾਂ ਉਹਦੇ ਗੱਲ ਪੈ ਜਾਂਦਾ ਕਿ ਤੇਰੇ ਪਿਓ ਦੀ ਨਹੀਂ ਪੀਂਦਾ, ਆਪਣੇ ਪਿਓ ਦੀ ਪੀਂਦਾ। ਇੱਕ ਦਿਨ ਸਤੀਸ਼ ਸ਼ਰਾਬ ਪੀ ਕੇ ਡਿੱਗਦਾ ਟਹਿੰਦਾ ਘਰ ਵੜਿਆ। ਉਹ ਆਪਣਾ ਆਪ ਸੰਭਾਲਣ ਦੇ ਲਾਇਕ ਵੀ ਨਹੀਂ ਸੀ। ਬਰਖਾ ਗੁੱਸੇ ਵਿੱਚ ਬੋਲੀ, ਐਨੀ ਡੱਫਣ ਦੀ ਕੀ ਜ਼ਰੂਰ ਸੀ? ਖੜੇ ਵੀ ਨਹੀਂ ਹੋਇਆ ਜਾ ਰਿਹਾ। ਤੈਨੂੰ ਕੀ ਕਹਿੰਦਾ ਹੋਇਆ? ਜਿਵੇਂ ਹੀ ਉਹ ਅੱਗੇ ਵਧਿਆ ਤਾਂ ਪੈਰਾਂ ਤੋਂ ਹਿੱਲ ਗਿਆ। ਬਰਖਾ ਨੇ ਅੱਗੇ ਹੋ ਕੇ ਸੰਭਾਲਣ ਦਾ ਯਤਨ ਕੀਤਾ ਤਾਂ ਸਤੀਸ਼ ਨੇ ਬਰਖਾ ਨੂੰ ਧੱਕਾ ਮਾਰਿਆ। ਬਰਖਾ ਧੱਕਾ ਲੱਗਣ ਨਾਲ ਕੰਧ ਵਿੱਚ ਜਾ ਕੇ ਵੱਜੀ ਅਤੇ ਨਾਲ ਹੀ ਉਹਦੀਆਂ ਚੀਕਾਂ ਨਿਕਲ ਗਈਆਂ। ਬਰਖਾ ਦੀ ਚੀਕਾਂ ਸੁਣ ਕੇ ਸਤੀਸ਼ ਦੀ ਸਾਰੀ ਪੀਤੀ ਹੋਈ ਉਤਰ ਗਈ। ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਰ ਹੁਣ ਉਹ ਬਹੁਤ ਦੇਰ ਹੋ ਚੁੱਕੀ ਸੀ। ਉਹਦੀਆਂ ਚੀਕਾਂ ਸੁਣ ਕੇ ਗਵਾਂਢੀ ਵੀ ਇਕੱਠੇ ਹੋ ਗਏ ਸੀ। ਸਤੀਸ਼ ਨੇ ਲੋਕਾਂ ਦੀ ਮਦਦ ਨਾਲ ਬਰਖਾ ਨੂੰ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਿਆ। ਗਲੀ ਵਿੱਚ ਖੜੇ ਲੋਕ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ। ਸਤੀਸ਼ ਬਹੁਤ ਬੁਰੀ ਤਰ੍ਹਾਂ ਡਰਿਆ ਹੋਇਆ ਸੀ। ਉਹ ਬਰਖਾ ਦੇ ਅੱਗੇ ਹਾੜੇ ਕੱਢ ਰਿਹਾ ਸੀ ਕਿ ਉਹ ਡਾਕਟਰ ਨੂੰ ਸੱਚ ਨਾ ਦੱਸੇ। ਹਸਪਤਾਲ ਪੁੱਜ ਕੇ ਉਸਨੇ ਬਰਖਾ ਨੂੰ ਸਟ੍ਰੈਚਰ ਤੇ ਪਾਇਆ ਅਤੇ ਐਮਰਜੈਂਸੀ ਵਿੱਚ ਲੈ ਗਿਆ। ਬਰਖਾ ਲਗਾਤਾਰ ਚੀਕਾਂ ਮਾਰ ਰਹੀ ਸੀ। ਉਹਦੀਆਂ ਚੀਕਾਂ ਸੁਣ ਕੇ ਸਾਰੇ ਡਾਕਟਰ ਉਹਦੇ ਦੁਆਲੇ ਇਕੱਠੇ ਹੋ ਗਏ। ਕੀ ਤਕਲੀਫ ਏ ਬੀਬਾ ਜੀ? ਇੱਕ ਲੇਡੀ ਡਾਕਟਰ ਨੇ ਪੁੱਛਿਆ। ਬਾਥਰੂਮ ਵਿੱਚ ਡਿੱਗ ਪਈ ਡਾਕਟਰ ਸਾਹਿਬ, ਸਤੀਸ਼ ਨੇ ਬਰਖਾ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਦਿੱਤਾ ਸੀ। ਬਰਖਾ ਨੂੰ ਡਾਕਟਰ ਨੇ ਚੈੱਕ ਕਰਕੇ ਗਾਇਨੇ ਵਾਰਡ ਵਿੱਚ ਲੈ ਜਾਣ ਲਈ ਕਹਿ ਦਿੱਤਾ। ਇੱਕ ਤਾਂ ਬਰਖਾ ਪਹਿਲਾਂ ਹੀ ਕਮਜ਼ੋਰ ਸੀ, ਦੂਜਾ ਪੇਟ ਤੇ ਸੱਟ ਲੱਗਣ ਨਾਲ ਉਸ ਦੀ ਬੱਚੇਦਾਨੀ ਦਾ ਮੂੰਹ ਖੁੱਲ ਗਿਆ ਸੀ। ਉਹ ਦਰਦ ਨਾਲ ਮੱਛੀ ਦੀ ਤਰ੍ਹਾਂ ਤੜਫ ਰਹੀ ਸੀ। ਗਾਇਨੇ ਵਾਰਡ ਦੀ ਸੀਨੀਅਰ ਡਾਕਟਰ ਨੇ ਬਰਖਾ ਨੂੰ ਦੇਖਦੇ ਹੀ ਕਿਹਾ ਕਿ ਲੱਗਦਾ ਹੈ ਕਿ ਡਿਲੀਵਰੀ ਕਰਵਾਉਣੀ ਪਵੇਗੀ, ਨਹੀਂ ਤਾਂ ਮਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਏ। ਸਤੀਸ਼ ਦੇ ਪਸੀਨੇ ਛੁੱਟ ਰਹੇ ਸਨ। ਉਹ ਵੇਲਾ ਉਹਦੇ ਹੱਥ ਨਹੀਂ ਆ ਰਿਹਾ ਸੀ ਜਦ ਉਸਨੇ ਬਰਖਾ ਨੂੰ ਧੱਕਾ ਮਾਰਿਆ ਸੀ। ਸਤੀਸ਼ ਨੇ ਆਪਣੇ ਘਰ ਮਾਂ ਨੂੰ ਫੋਨ ਕਰਕੇ ਬਰਖਾ ਬਾਰੇ ਦੱਸਿਆ ਤਾਂ ਉਹਦੀ ਮਾਂ ਅਤੇ ਪਿਤਾ ਜੀ ਹਸਪਤਾਲ ਪੁੱਜ ਗਏ। ਡਾਕਟਰ ਨੇ ਬਰਖਾ ਨੂੰ ਪੁੱਛਿਆ ਕਿ ਉਹਦੀ ਇੰਨੀ ਮਾੜੀ ਹਾਲਾਤ ਕਿਵੇਂ ਹੋਈ ਤਾਂ ਬਰਖਾ ਨੇ ਬਿਲਕਦੇ ਹੋਏ ਕਿਹਾ, ਮੈਂ ਡਿੱਗ ਗਈ ਸੀ। ਬਰਖਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਤੀਸ਼ ਦੇ ਸਾਹ ਵਿੱਚ ਸਾਹ ਆਇਆ। ਬਰਖਾ ਦਾ ਅਲਟਰਾਸਾਊਂਡ ਕੀਤਾ ਗਿਆ ਤਾਂ ਡਾਕਟਰ ਨੇ ਕਿਹਾ ਕਿ ਬੱਚੇ ਦੀ ਜਾਨ ਨੂੰ ਖਤਰਾ ਹੈ, ਇਸ ਲਈ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ, ਨਹੀਂ ਤਾਂ ਬੱਚੇ ਦੀ ਜਾਨ ਜਾ ਸਕਦੀ ਹੈ। ਸਤੀਸ਼ ਨੂੰ ਇਸ ਬਾਰੇ ਦੱਸ ਦਿੱਤਾ ਗਿਆ। ਸਤੀਸ਼ ਤੋਂ ਸਹਿਮਤੀ ਲਈ ਦਸਤਖਤ ਕਰਵਾ ਲਏ ਗਏ ਅਤੇ ਆਪਰੇਸ਼ਨ ਲਈ ਲੋੜੀਂਦਾ ਸਾਮਾਨ ਵੀ ਮੰਗਵਾ ਲਿਆ ਗਿਆ। ਬਰਖਾ ਨੂੰ ਵੀ ਆਪਰੇਸ਼ਨ ਥੀਏਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ। ਡਾਕਟਰ ਦੀ ਟੀਮ ਨੇ ਆਪਸ ਵਿੱਚ ਕੋਈ ਛੋਟੀ ਜਿਹੀ ਮੀਟਿੰਗ ਕੀਤੀ ਅਤੇ ਆਪਰੇਸ਼ਨ ਥੀਏਟਰ ਅੰਦਰ ਦਾਖਲ ਹੋ ਗਏ। ਸਤੀਸ਼ ਦੀ ਜਾਨ ਮੁੱਠੀ ਵਿੱਚ ਆਈ ਹੋਈ ਸੀ ਕਿ ਪਤਾ ਨਹੀਂ ਕੀ ਬਣੇਗਾ। ਮਾਂ ਪਿਓ ਵੀ ਉਹਦੇ ਨਾਲ ਹੀ ਬੈਂਚ ਉੱਪਰ ਬੈਠੇ ਸਨ। ਮਾਂ ਨੇ ਸਤੀਸ਼ ਨੂੰ ਪਰੇਸ਼ਾਨ ਦੇਖਿਆ ਤਾਂ ਉਸਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ, ਕਾਕਾ ਚਿੰਤਾ ਨਾ ਕਰ, ਉੱਪਰ ਵਾਲਾ ਸਭ ਠੀਕ ਕਰੇਗਾ। ਕੋਈ ਅੱਧੇ ਘੰਟੇ ਬਾਅਦ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲਿਆ ਤਾਂ ਨਾਲ ਹੀ ਸਤੀਸ਼ ਅਤੇ ਉਹਦੇ ਮਾਤਾ ਪਿਤਾ ਦੇ ਕੰਨ ਖੜੇ ਹੋ ਗਏ। ਡਾਕਟਰ ਬਾਹਰ ਆਈ ਤਾਂ ਸਤੀਸ਼ ਦੀ ਮਾਂ ਨੂੰ ਬੋਲੀ, ਮਾਤਾ ਪੋਤਾ ਹੋਇਆ ਤੇਰੇ ਘਰ। ਪਰ ਕੀ ਡਾਕਟਰ ਸਾਹਿਬ? ਪਰ ਇਹ ਮੇਰਾ ਮਾਤਾ, ਤੁਸੀਂ ਆਪਣੀ ਬਹੂ ਦਾ ਖਿਆਲ ਨਹੀਂ ਰੱਖਿਆ। ਮਾਂ ਵਿੱਚ ਜਾਨ ਨਹੀਂ, ਜਿਸ ਕਰਕੇ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਏ। 7ਵੇਂ ਮਹੀਨੇ ਵਿੱਚ ਬੱਚਾ ਪੈਦਾ ਕਰਵਾਉਣਾ ਪਿਆ। ਜੇਕਰ ਅਜਿਹਾ ਨਾ ਕਰਦੇ ਤਾਂ ਜੱਚਾ ਤੇ ਬੱਚਾ ਦੋਵਾਂ ਤੋਂ ਤੁਹਾਨੂੰ ਹੱਥ ਧੋਣੇ ਪੈਣੇ ਜਾਣੇ ਸਨ। ਬੱਚੇ ਨੂੰ ਮਸ਼ੀਨ ਵਿੱਚ ਰੱਖਣਾ ਪਵੇਗਾ। ਉਸ ਨੂੰ ਪੀਲੀਆ ਵੀ ਏ। ਬਾਕੀ ਦੇ ਬੋਡੀ ਟੈਸਟ ਵੀ ਅਸੀਂ ਜਲਦੀ ਹੀ ਕਰਾਂਗੇ। ਇਹ ਸਭ ਸੁਣ ਕੇ ਤਿੰਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਸੱਸ ਨੌਂ ਨੂੰ ਭਾਵੇਂ ਪਸੰਦ ਨਹੀਂ ਕਰਦੀ ਸੀ, ਪਰ ਔਲਾਦ ਦਾ ਦੁੱਖ ਕੀ ਹੁੰਦਾ, ਇਸ ਗੱਲ ਨੂੰ ਤਾਂ ਬਖੂਬੀ ਸਮਝਦੀ ਸੀ। ਸਤੀਸ਼ ਦੀਆਂ ਅੱਖਾਂ ਨਮ ਸਨ। ਡਾਕਟਰ ਨੇ ਸਤੀਸ਼ ਵੱਲ ਦੇਖਦੇ ਹੋਏ ਕਿਹਾ, ਜੇਕਰ ਸਮਾਂ ਰਹਿੰਦੇ ਮਾਂ ਦਾ ਖਿਆਲ ਰੱਖਿਆ ਹੁੰਦਾ ਤਾਂ ਅੱਜ ਤੁਹਾਨੂੰ ਇਹ ਦਿਨ ਨਾ ਦੇਖਣਾ ਪੈਂਦਾ। ਸ਼ੁਕਰ ਕਰੋ ਫਿਰ ਵੀ ਬਹੁਤ ਬਚਾਅ ਹੋ ਗਿਆ। ਬਰਖਾ ਨੂੰ ਆਪਰੇਸ਼ਨ ਥੀਏਟਰ ਵਿੱਚੋਂ ਬਾਹਰ ਲਿਆਂਦਾ ਗਿਆ। ਉਹ ਅਜੇ ਵੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ। ਸਤੀਸ਼ ਨੇ ਉਸਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਬਰਖਾ ਨੇ ਪੂਰੇ ਜ਼ੋਰ ਨਾਲ ਅੱਖਾਂ ਪੁੱਟ ਕੇ ਸਤੀਸ਼ ਵੱਲ ਵੇਖਿਆ, ਪਰ ਕੁਝ ਵੀ ਬੋਲ ਨਾ ਸਕੀ। ਬਰਖਾ ਨੂੰ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ। ਸਤੀਸ਼ ਬਰਖਾ ਦੇ ਪਿੱਛੇ ਪਿੱਛੇ ਵਾਰਡ ਵਿੱਚ ਚਲਾ ਗਿਆ। ਉਸਨੇ ਬਰਖਾ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਤਾਂ ਬਰਖਾ ਨੇ ਹੌਲੀ ਹੌਲੀ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਸਤੀਸ਼ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਬਰਖਾ, ਮੈਨੂੰ ਮਾਫ਼ ਕਰ ਦੇ, ਮੇਰੀ ਵਜ੍ਹਾ ਨਾਲ ਅੱਜ ਤੂੰ ਇੱਥੇ ਏ। ਇੱਕ ਔਰਤ ਸ਼ਾਇਦ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ, ਪਰ ਪਤੀ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਰਦਾਸ਼ਤ ਕਰ ਸਕਦੀ। ਬਰਖਾ ਬੋਲਣ ਦੀ ਹਾਲਤ ਵਿੱਚ ਨਹੀਂ ਸੀ, ਇਸ ਲਈ ਉਸਨੇ ਇਸ਼ਾਰੇ ਨਾਲ ਉਸਨੂੰ ਚੁੱਪ ਕਰਨ ਲਈ ਕਿਹਾ। ਬਰਖਾ, ਤੈਨੂੰ ਪਤਾ ਹੈ ਆਪਣੇ ਘਰ ਕਾਕੇ ਨੇ ਜਨਮ ਲਿਆ ਏ? ਬਰਖਾ ਨੇ ਹਾਂ ਵਿੱਚ ਸਿਰ ਹਿਲਾਇਆ।
ਨਰਸ ਜੋ ਬਰਖਾ ਨੂੰ ਇੰਜੈਕਸ਼ਨ ਲਗਾਉਣ ਲਈ ਆਈ ਸੀ, ਉਸਨੇ ਸਤੀਸ਼ ਨੂੰ ਕਿਹਾ, ਸਰ, ਇਹਨਾਂ ਨੂੰ ਆਰਾਮ ਕਰਨ ਦਿਓ, ਬੁਲਾਓ ਨਾ। ਜਿੰਨਾ ਆਰਾਮ ਕਰਨਗੇ ਉਨਾ ਜਲਦੀ ਠੀਕ ਹੋਣਗੇ। ਤੁਸੀਂ ਬਾਹਰ ਜਾਓ, ਇਹ ਲੇਡੀਜ਼ ਵਾਰਡ ਹੈ। ਇਹਨਾਂ ਕੋਲ ਜੇ ਕੋਈ ਲੇਡੀ ਹੈ ਤਾਂ ਉਸਨੂੰ ਭੇਜੋ। ਸਤੀਸ਼ ਉੱਠ ਕੇ ਬਾਹਰ ਚਲਾ ਗਿਆ। ਸਤੀਸ਼ ਜਿਸ ਦਿਨ ਕੰਮ ਲਈ ਬਰਖਾ ਦੇ ਪਿੱਛੇ ਪਿੱਛੇ ਸੀ, ਉਹ ਬੜੀ ਆਸਾਨੀ ਨਾਲ ਨੇਪਰੇ ਚੜ ਗਿਆ ਸੀ। ਉਹਦੇ ਮਗਰਮੱਛ ਦੇ ਹੰਝੂਆਂ ਦੇ ਬਰਖਾ ਨੂੰ ਮੋਮ ਦੀ ਤਰ੍ਹਾਂ ਪਿਘਲਾ ਦਿੱਤਾ। ਬਾਹਰ ਆ ਕੇ ਉਸਨੇ ਆਪਣੀ ਮਾਂ ਨੂੰ ਅੰਦਰ ਜਾਣ ਲਈ ਕਿਹਾ ਅਤੇ ਆਪ ਆਪਣੇ ਪਿਤਾ ਨੂੰ ਲੈ ਕੇ ਘਰ ਚਲਾ ਗਿਆ। ਘਰ ਪਹੁੰਚ ਕੇ ਆਪਣੀ ਸੱਸ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਬਰਖਾ ਦੇ ਬਾਥਰੂਮ ਵਿੱਚ ਡਿੱਗਣ ਨਾਲ ਸੱਟ ਲੱਗ ਗਈ ਸੀ ਅਤੇ ਹਸਪਤਾਲ ਵਿੱਚ ਉਸਨੇ ਬੇਟੇ ਨੂੰ ਜਨਮ ਦਿੱਤਾ। ਸਤੀਸ਼ ਦੀਆਂ ਗੱਲਾਂ ਸੁਣ ਕੇ ਬਰਖਾ ਦੀ ਮਾਂ ਦੀ ਜਾਨ ਵਿੱਚ ਸੁੱਕ ਗਈ। ਉਹ ਰੱਬ ਅੱਗੇ ਆਪਣੀ ਧੀ ਲਈ ਦੁਆਵਾਂ ਮੰਗਣ ਲੱਗੀ। ਕਹਿੰਦੇ ਨੇ, ਪੋਤੜਿਆਂ ਦੇ ਵਿਗੜੇ ਕਦੇ ਨਹੀਂ ਸੁਧਰਦੇ। ਪਿਓ ਪੁੱਤਰ ਨੇ ਘਰ ਆ ਕੇ ਦਾਰੂ ਪੀਤੀ ਅਤੇ ਸੌਂ ਗਏ। ਅਗਲੇ ਦਿਨ ਸਵੇਰੇ ਜਦੋਂ ਬਰਖਾ ਦੀ ਅੱਖ ਖੁੱਲੀ ਤਾਂ ਉਹਦੀ ਸੱਸ ਸਿਰਹਾਣੇ ਬੈਠੀ ਸੀ। ਉਸਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਕਿਵੇਂ ਆ ਧੀਏ, ਹੁਣ ਤਾਂ ਨਹੀਂ ਕੁਝ ਦੁਖਦਾ? ਬਰਖਾ ਨੂੰ ਲੱਗਾ ਜਿਵੇਂ ਉਹ ਕੋਈ ਸੁਪਨਾ ਵੇਖ ਰਹੀ ਹੋਵੇ। ਠੀਕ ਆ ਬੋਲ ਕੇ ਉਹ ਸੋਚਣ ਲੱਗੀ, ਸੱਪਣੀ ਦੇ ਮੂੰਹ ਵਿੱਚੋਂ ਸ਼ਾਇਦ ਕਿਵੇਂ ਟਪਕ ਰਿਹਾ। ਇੰਨੇ ਨੂੰ ਨਾਲ ਵਾਲੇ ਬੈੱਡ ਕੋਲ ਬੈਠੀ ਔਰਤ ਬੋਲੀ, ਧੀਏ, ਤੇਰੀ ਸੱਸ ਵਿਚਾਰੀ ਸਾਰੀ ਰਾਤ ਦੀ ਸੁੱਤੀ ਨਹੀਂ ਚੱਜ ਨਾਲ। ਕਿਸਮਤ ਵਾਲੀ ਏ ਤੂੰ। ਇੰਨਾ ਪਿਆਰ ਦੇਣ ਵਾਲੇ ਸਹੁਰੇ ਕਿਸਮਤ ਨਾਲ ਹੀ ਮਿਲਦੇ ਨੇ। ਬਰਖਾ ਨੇ ਫਿੱਕਾ ਜਿਹਾ ਹਾਸਾ ਹੱਸਿਆ। ਉਹਦਾ ਦਿਲ ਕੀਤਾ ਕਹਿ ਦੇਵੇ ਕਿ ਮਾਤਾ, ਇਹੋ ਜਿਹੇ ਸਹੁਰੇ ਕਿਸੇ ਨੂੰ ਵੀ ਨਾ ਮਿਲਣ। ਇਹ ਹਾਥੀ ਦੇ ਦੰਦ ਖਾਣ ਦੇ ਤੇ ਹੋਰ ਨੇ, ਤਿੱਦੀ ਖਾਣ ਦੇ ਹੋਰ ਨੇ। ਪਰ ਵਿਚਾਰੀ ਸਬਰ ਦਾ ਘੁੱਟ ਪੀ ਕੇ ਰਹਿ ਗਈ। ਉਸਨੇ ਸੋਚਿਆ, ਚੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਏ। ਲੋਕ ਲਾਜ ਨੇ ਬਰਖਾ ਦੇ ਮੂੰਹ ਨੂੰ ਤਾਲਾ ਲਗਾ ਦਿੱਤਾ ਸੀ। ਬਰਖਾ ਨੂੰ 10 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ, ਪਰ ਬੇਟਾ ਅਜੇ ਵੀ ਦਾਖਲ ਹੀ ਸੀ, ਜਿਸ ਕਾਰਨ ਬਰਖਾ ਵੀ ਹਸਪਤਾਲ ਵਿੱਚ ਹੀ ਸੀ। ਬਰਖਾ ਦੀਆਂ ਮੁਸੀਬਤਾਂ ਘਟਣ ਦੀ ਬਜਾਏ ਵਧੀ ਜਾ ਰਹੀਆਂ ਸਨ। ਬੇਟੇ ਦੇ ਬੋਡੀ ਟੈਸਟਾਂ ਦੀ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਬੱਚੇ ਦਾ ਦਿਮਾਗ ਆਮ ਬੱਚਿਆਂ ਦੀ ਤੁਲਨਾ ਕਮਜ਼ੋਰ ਸੀ। ਬਰਖਾ ਦਾ ਦਿਮਾਗ ਸੁੰਨ ਹੋ ਗਿਆ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੇ। ਸਤੀਸ਼ ਦੁਪਹਿਰ ਦੇ ਸਮੇਂ ਹਸਪਤਾਲ ਪੁੱਜਾ ਤਾਂ ਉਸਨੇ ਬਰਖਾ ਤੋਂ ਬੇਟੇ ਦੀ ਰਿਪੋਰਟ ਬਾਰੇ ਪੁੱਛਿਆ ਤਾਂ ਬਰਖਾ ਨੇ ਰਿਪੋਰਟ ਚੁੱਕ ਕੇ ਬਿਨਾਂ ਬੋਲੇ ਸਤੀਸ਼ ਦੇ ਮੂਹਰੇ ਸੁੱਟ ਦਿੱਤੀ। ਸਤੀਸ਼ ਨੂੰ ਬਰਖਾ ਦੀ ਇਸ ਹਰਕਤ ਤੇ ਗੁੱਸਾ ਤਾਂ ਬਹੁਤ ਆਇਆ, ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਸਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਅਤੇ ਲਿਫਾਫੇ ਵਿੱਚੋਂ ਰਿਪੋਰਟ ਕੱਢ ਕੇ ਪੜ੍ਹੀ ਤਾਂ ਉਹਦੇ ਮੂੰਹ ਤੋਂ ਹਵਾਈਆਂ ਉੱਡਣ ਲੱਗੀਆਂ। ਬਰਖਾ ਦੇ ਸੀਨੇ ਵਿੱਚ ਅੱਗ ਬਲ ਰਹੀ ਸੀ। ਉਹ ਸਤੀਸ਼ ਨੂੰ ਬੋਲੀ, ਤੁਸੀਂ ਮੈਨੂੰ ਪਰੇਸ਼ਾਨੀ ਦਾ ਢੋਂਗ ਕਰਕੇ ਨਾ ਦਿਖਾਓ। ਇਹ ਸਭ ਤੁਹਾਡੀਆਂ ਕਰਤੂਤਾਂ ਦਾ ਨਤੀਜਾ ਏ। ਮੇਰੇ ਬੱਚੇ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਹੁਣ ਵੀ ਤੁਸੀਂ ਪਹਿਲਾਂ ਵਾਂਗ ਜਾ ਕੇ ਦਾਰੂ ਪੀਓ, ਮਜ਼ੇ ਕਰੋ, ਖੁਸ਼ੀਆਂ ਮਨਾਓ ਸਾਰੇ ਜਾਣੇ। ਸਤੀਸ਼ ਨੂੰ ਬਰਖਾ ਦੀਆਂ ਖਰੀਆਂ ਖੋਟੀਆਂ ਸੁਣ ਕੇ ਤਾਅ ਚੜ ਗਿਆ ਅਤੇ ਉਹ ਬੋਲਿਆ, ਬਕਵਾਸ ਨਾ ਕਰੀ ਜਾ, ਚੁੱਪ ਕਰ ਜਾ। ਸਾਡਾ ਇਸ ਵਿੱਚ ਕੀ ਕਸੂਰ ਏ? ਜੋ ਰੱਬ ਦੀ ਮਰਜ਼ੀ ਸੀ ਹੋ ਗਿਆ। ਬਰਖਾ ਰੋਣ ਹਾਕੀ ਹੋ ਕੇ ਬੋਲੀ, ਰੱਬ ਦੇ ਸਿਰ ਤੇ ਭਾਂਡਾ ਨਾ ਭੰਨੋ। ਇਹਦੇ ਲਈ ਬਹੁਤ ਹੱਦ ਤੱਕ ਤੁਸੀਂ ਜ਼ਿੰਮੇਵਾਰ ਹੋ। ਬਰਖਾ, ਮੇਰੇ ਨਾਲ ਬਹਿਸ ਨਾ ਕਰ। ਮੇਰਾ ਦਿਮਾਗ ਗਰਮ ਹੋ ਰਿਹਾ। ਲੋਕਾਂ ਨੂੰ ਤਮਾਸ਼ਾ ਨਾ ਦਿਖਾ। ਤਮਾਸ਼ਾ ਮੈਂ ਦਿਖਾ ਰਹੀ ਹਾਂ ਜਾਂ ਤੁਸੀਂ ਦਿਖਾ ਰਹੇ ਹੋ? ਮੈਂ ਤੇਰੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਕਹਿ ਕੇ ਸਤੀਸ਼ ਉੱਠ ਕੇ ਆਪਣੇ ਸ਼ੋਰੂਮ ਤੇ ਚਲਾ ਗਿਆ। ਬਰਖਾ ਪਤਾ ਨਹੀਂ ਕਿੰਨਾ ਚਿਰ ਬੈਠੀ ਆਪਣੀ ਮਾੜੀ ਕਿਸਮਤ ਨੂੰ ਰੋਂਦੀ ਰਹੀ। ਸਤੀਸ਼ ਦੇ ਜਾਣ ਤੋਂ ਬਾਅਦ ਬਰਖਾ ਨੇ ਆਪਣੀ ਮਾਂ ਨੂੰ ਫੋਨ ਕਰਕੇ ਸਭ ਕੁਝ ਇੰਨ ਬਿੰਨ ਦੱਸ ਦਿੱਤਾ। ਬਰਖਾ ਦੀਆਂ ਗੱਲਾਂ ਸੁਣ ਕੇ ਮਾਂ ਦੀ ਰੂਹ ਕੰਬ ਗਈ। ਮਾਂ ਨੇ ਉਸਨੂੰ ਦਿਲਾਸਾ ਦਿੰਦੇ ਹੋਏ ਕਿਹਾ, ਜਦ ਤੂੰ ਹਸਪਤਾਲ ਤੋਂ ਘਰ ਆ ਗਈ ਤਾਂ ਦੱਸ ਦੇਵੀਂ, ਫਿਰ ਮੈਂ ਆ ਜਾਵਾਂਗੀ। ਮਾਂ ਨੇ ਇਹ ਵੀ ਦੱਸਿਆ ਕਿ ਮੈਂ ਵਿਕਾਸ ਵੀ ਕੁਝ ਦਿਨ ਲਈ ਦੁਬਈ ਤੋਂ ਛੁੱਟੀ ਆ ਜਾਵੇਗਾ। ਉਹ ਸਤੀਸ਼ ਨਾਲ ਆਮੋ ਸਾਹਮਣੇ ਬੈਠ ਕੇ ਗੱਲ ਕਰੇਗਾ। ਸਤੀਸ਼ ਬਰਖਾ ਨਾਲ ਗੁੱਸੇ ਹੋ ਕੇ ਕੰਮ ਤੇ ਤਾਂ ਆ ਗਿਆ ਸੀ, ਪਰ ਉਹਦਾ ਮਨ ਕੰਮ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ। ਰਹਿ ਰਹਿ ਕੇ ਉਹਦਾ ਧਿਆਨ ਬਰਖਾ ਦੇ ਤਾਣਿਆਂ ਮਿਹਣਿਆਂ ਅਤੇ ਬੱਚੇ ਦੀ ਰਿਪੋਰਟ ਵੱਲ ਜਾ ਰਿਹਾ ਸੀ। ਬੱਚੇ ਦੀ ਰਿਪੋਰਟ ਬਾਰੇ ਸੋਚ ਉਹਦਾ ਦਿਮਾਗ ਫਟਣ ਲੱਗ ਪਿਆ ਸੀ। ਜਦ ਇਹ ਸਭ ਉਹਦੇ ਬਸ ਤੋਂ ਬਾਹਰ ਹੋ ਗਿਆ ਤਾਂ ਉਸਨੇ ਆਪਣੇ ਪਿਤਾ ਨੂੰ ਫੋਨ ਲਾ ਕੇ ਰਿਪੋਰਟ ਬਾਰੇ ਦੱਸਿਆ ਤਾਂ ਪਿਤਾ ਨੇ ਕਿਹਾ, ਕੋਈ ਨਹੀਂ, ਸਭ ਠੀਕ ਹੋ ਜਾਣਾ। ਹੁਣ ਤਾਂ ਸਾਇੰਸ ਨੇ ਬਥੇਰੀ ਤਰੱਕੀ ਕਰ ਲਈ ਏ। ਤੂੰ ਫਿਕਰ ਨਾ ਕਰ, ਘਰ ਆ ਜਾ, ਤੇਰੀ ਚਿੰਤਾ ਦੂਰ ਕਰ ਦਿੰਦੇ ਆ। ਤੇਰਾ ਬਾਪ ਕਿਹੜੇ ਮਰਜ਼ ਦੀ ਦਵਾ ਏ, ਫਿਰ ਜੇ ਤੇਰੀ ਚਿੰਤਾ ਵੀ ਦੂਰ ਨਾ ਕਰ ਸਕਿਆ ਤਾਂ ਆਜਾ ਨਾਲੇ ਚੋਪੜ ਕੇ ਨਾਲੇ ਦੋ ਖਾਵਾਂਗੇ। ਤੂੰ ਕੰਮ ਨਿਬੇੜ ਕੇ ਜਲਦੀ ਆ ਜਾਵੀਂ। ਮੈਂ ਤੇਰੀ ਮਾਂ ਨੂੰ ਕਹਿਣਾ ਹੈ ਕਿ ਲਾਲ ਕਲਗੀ ਵਾਲੇ ਨੂੰ ਤੁੜਕਾ ਸ਼ਮਕਾ ਲਾ ਦਵੇ। ਇੰਨਾ ਸੁਣਨ ਦੀ ਦੇਰ ਸੀ
ਕਿ ਸਤੀਸ਼ ਨੂੰ ਸਭ ਕੁਝ ਭੁੱਲ ਗਿਆ। ਉਸਨੇ ਸ਼ੋਅਰੂਮ ਨੌਕਰ ਦੇ ਹਵਾਲੇ ਕਰਕੇ ਘਰ ਨੂੰ ਚਾਲੇ ਪਾ ਲਏ। ਪਿਓ ਪੁੱਤਰ ਨੇ ਢੋਲੇ ਦੀਆਂ ਲਾਈਆਂ ਤੇ ਮਾਂ ਕੋਲ ਬੈਠੀ ਹੱਡੀਆਂ ਚਰੂੰਦੀ ਹੋਈ ਉਹਨਾਂ ਦੀਆਂ ਗੱਲਾਂ ਵਿੱਚ ਕਦੇ-ਕਦੇ ਟੋਣਾ ਲਾ ਦਿੰਦੀ। ਸਤੀਸ਼ ਖਾ ਕੇ ਪੀ ਕੇ ਉੱਥੇ ਹੀ ਲਾਮ ਲੇਟ ਹੋ ਗਿਆ। ਬਰਖਾ ਅੱਧੀ ਰਾਤ ਤੱਕ ਉਡੀਕਦੀ ਰਹੀ, ਪਰ ਕਿਸ ਨੇ ਆਉਣਾ ਸੀ? ਥੱਕ ਹਾਰ ਕੇ ਹਸਪਤਾਲ ਦੀ ਕੰਟੀਨ ਵਿੱਚੋਂ ਹੀ ਖਾਣਾ ਲੈ ਕੇ ਖਾ ਲਿਆ ਸੀ। ਸਵੇਰ ਨੂੰ ਡਾਕਟਰ ਰਾਉਂਡ ਤੇ ਆਈ ਤਾਂ ਉਸਨੇ ਬਰਖਾ ਦੇ ਨਮ-ਜੰਮੇ ਪੁੱਤਰ ਨੂੰ ਦੇਖਿਆ ਤੇ ਕਿਹਾ, ਹੁਣ ਉਸਦਾ ਬੱਚਾ ਠੀਕ ਹੈ, ਹੁਣ ਉਹ ਬੇਟੇ ਨੂੰ ਲੈ ਕੇ ਘਰ ਜਾ ਸਕਦੀ ਹੈ। ਡਾਕਟਰ ਦੀ ਗੱਲ ਸੁਣ ਕੇ ਬਰਖਾ ਨੂੰ ਸੁੱਖ ਦਾ ਸਾਹ ਆਇਆ ਤੇ ਉਸਨੇ ਰੱਬ ਦਾ ਸ਼ੁਕਰ ਮਨਾਇਆ। ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨੂੰ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਅਤੇ ਬਾਅਦ ਵਿੱਚ ਸਤੀਸ਼ ਨੂੰ ਨਾ ਚਾਹੁੰਦੇ ਹੋਏ ਵੀ ਫੋਨ ਕਰ ਦਿੱਤਾ। ਸਤੀਸ਼ ਮਾਂ ਪੁੱਤਰ ਨੂੰ ਹਸਪਤਾਲ ਤੋਂ ਲੈਣ ਲਈ ਪੁੱਜ ਗਿਆ, ਪਰ ਦੋਵਾਂ ਨੇ ਇੱਕ ਦੂਜੇ ਨੂੰ ਬੁਲਾਇਆ ਵੀ ਨਹੀਂ ਸੀ। ਬਰਖਾ ਦੀ ਮਾਂ ਵੀ ਉਸੇ ਹੀ ਦਿਨ ਆਪਣੀ ਧੀ ਦੇ ਘਰ ਪਹੁੰਚ ਗਈ ਸੀ। ਉਹ ਕਸਮ ਖਾ ਕੇ ਆਈ ਸੀ ਕਿ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਪਰ ਆਪਣੀ ਧੀ ਨੂੰ ਨਾਲ ਲੈ ਕੇ ਹੀ ਪਰਤੇਗੀ। ਉਹ ਠਾਣ ਕੇ ਆਈ ਸੀ ਕਿ ਜੇ ਸਿੱਧੀ ਉਂਗਲੀ ਨਾਲ ਘਿਓ ਨਾ ਨਿਕਲਿਆ ਤਾਂ ਉਂਗਲੀ ਟੇਢੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਜਿਵੇਂ ਹੀ ਉਹ ਘਰ ਦੇ ਅੰਦਰ ਵੜੀ, ਧੀ ਦੀ ਹਾਲਤ ਦੇਖ ਕੇ ਉਹਦਾ ਕਾਲਜਾ ਫਟ ਗਿਆ, ਪਰ ਉਸਨੇ ਆਪਣਾ ਮੂੰਹ ਬੰਦ ਰੱਖਿਆ ਕਿਉਂਕਿ ਉਹ ਆਪਣੀ ਧੀ ਨੂੰ ਇਸ ਨਰਕ ਵਿੱਚੋਂ ਕੱਢ ਕੇ ਨਾਲ ਲੈ ਜਾਣ ਲਈ ਆਈ ਸੀ। ਉਹ ਸਤੀਸ਼ ਨੂੰ ਬੜੇ ਪਿਆਰ ਨਾਲ ਮਿਲੀ। ਉਸਨੇ ਸਤੀਸ਼ ਦੇ ਫਰਿਸ਼ਤਿਆਂ ਨੂੰ ਵੀ ਪਿਣਕਣਾ ਤੱਕ ਨਾ ਲੱਗਣ ਦਿੱਤੀ ਕਿ ਪਿਛਲੇ ਦਿਨਾਂ ਵਿੱਚ ਉਸਨੇ ਤੇ ਉਹਦੇ ਪਰਿਵਾਰ ਨੇ ਮਿਲ ਕੇ ਜੋ ਵੀ ਕੋਲ ਨੂੰ ਖੋਲੇ ਸਨ, ਉਹਨਾਂ ਬਾਰੇ ਉਸਨੂੰ ਕੁਝ ਵੀ ਪਤਾ ਹੈ। ਸਤੀਸ਼ ਨੇ ਵੀ ਉਸ ਦਿਨ ਸਾਊ ਬਣੇ ਰਹਿਣ ਵਿੱਚ ਹੀ ਆਪਣੀ ਭਲਾਈ ਸਮਝੀ। ਰਾਤ ਨੂੰ ਜਦੋਂ ਸਭ ਨੇ ਖਾਣਾ ਖਾ ਲਿਆ ਤਾਂ ਬਰਖਾ ਦੀ ਮਾਂ ਨੇ ਸਤੀਸ਼ ਨੂੰ ਬੜੇ ਪਿਆਰ ਨਾਲ ਕਿਹਾ, ਪੁੱਤ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ। ਹਾਂਜੀ ਦੱਸੋ ਮੰਮੀ। ਸਤੀਸ਼ ਵੀ ਮਾਖਿਓਂ ਮਿੱਠਾ ਹੋ ਕੇ ਬੋਲਿਆ, ਮੈਂ ਕਹਿੰਦੀ ਆ ਕਿ ਕਾਕਾ ਤੇ ਬਰਖਾ ਦੋਵੇਂ ਅਜੇ ਵੀ ਬਹੁਤ ਕਮਜ਼ੋਰ ਨੇ। ਤੂੰ ਆਪਣਾ ਕੰਮਕਾਰ ਵੀ ਕਰਨਾ ਹੁੰਦਾ। ਮਹੀਨਾ ਖੰਡ ਤਾਂ ਅਜੇ ਇਹਨਾਂ ਦੋਵਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਪੁੱਤ। ਤੂੰ ਖੁਦ ਸਿਆਣਾ ਏ, ਪਹਿਲਾਂ ਵੀ ਦੇਖ ਲੈ ਦੂਜੇ ਪਾਸਿਓਂ ਮੁੜੀ ਏ ਬਰਖਾ। ਸਤੀਸ਼ ਸਮਝ ਗਿਆ ਸੀ ਕਿ ਉਹਦੀ ਸੱਸ ਮੱਖਣ ਕਿਉਂ ਲਗਾ ਰਹੀ ਏ। ਸਤੀਸ਼ ਵੀ ਕਿਹੜਾ ਘੱਟ ਸੀ। ਹਾਂਜੀ ਮੰਮੀ, ਇਹ ਤਾਂ ਹੈ। ਉਸਨੇ ਵੀ ਉਸਤਾਦੀ ਕਰਕੇ ਕਿਹਾ, ਅਤੇ ਫਿਰ ਕਾਕਾ ਜੇ ਤੂੰ ਮੰਨੇ ਤਾਂ ਮੈਂ ਬਰਖਾ ਨੂੰ ਆਪਣੇ ਨਾਲ ਲੈ ਜਾਵਾਂ। ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਵੇ, ਮੈਂ ਕਿਹੜਾ ਤੁਹਾਡੇ ਤੋਂ ਬਾਹਰ ਹਾਂ। ਬਰਖਾ ਦੀ ਮਾਂ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ। ਉਹ ਮਨੋ ਮਨੀ ਕਹਿ ਰਹੀ ਸੀ ਕਿ ਕਿਵੇਂ ਰਲ ਮਿਲ ਕੇ ਕੁੜੀ ਦਾ ਬਾਲਣ ਕਰ ਛੱਡਿਆ। ਤੂੰ ਕੁੜੀ ਨੂੰ ਚੌਖਟ ਤੋਂ ਬਾਹਰ ਪੈਰ ਕੱਢ ਤਾਂ ਲੈਣ ਦੇ, ਫਿਰ ਕਿਸੇ ਗੱਲ ਨਾਲ ਹੀ ਕੁੜੀ ਨਾਲ ਤੇਰੇ ਤੋਰਾਂਗੇ। ਅਗਲੇ ਦਿਨ ਬਰਖਾ ਆਪਣੀ ਮਾਂ ਨਾਲ ਪੇਕੇ ਚਲੀ ਗਈ। ਸੱਸ ਜਵਾਈ ਦੋਵੇਂ ਆਪਣੀ ਆਪਣੀ ਥਾਂ ਖੁਸ਼ ਸਨ, ਜਿਵੇਂ ਕੋਈ ਬਹੁਤ ਵੱਡਾ ਰਣ ਜਿੱਤਿਆ ਹੋਵੇ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ, ਕਮੈਂਟ ਬਾਕਸ ਜ਼ਰੂਰ ਦੱਸਣਾ ਜੀ।